ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਨਾਸਨ ਸੋਈ ਵਾਹਿਗੁਰੂ ਜੀ ਕੀ ਫਤਿਹ ਹੈ ਨਾਸਨ ਸੋਈ ਦੋਹਰਾ ਸੁਣੀ ਮਹੰਤ ਜੈਤ ਸਭ ਬਾਤ ਅਚਰਜ ਧਰਤ ਰਿਦੇ ਅਵਦਾਤ ਕਹਾਂ ਤੁਰਕ ਪਤ ਸਭ ਚਿਤ ਮਾਲਿਕ ਮਹਾ ਸੋ ਭਟ ਤੇ ਹੈ ਸੋਰਨ ਕਾਲਿਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਦੇੜ ਸਾਹਿਬ ਨੂੰ ਜਾ ਰਹੇ ਹਨ, ਦੱਖਣ ਵੱਲ ਜਾ ਰਹੇ ਹਨ, ਤਾਂ ਚਲਦੇ ਚਲਦੇ ਧੰਨ ਗੁਰੂ ਗੋਬਿੰਦ ਸਿੰਘ ਫੌਜਾਂ ਸਮੇਤ ਨਹੁਰ ਭਾਦਰਾ ਟੱਪ ਕੇ ਨਰੈਣਪੁਰਾ, ਜਿੱਥੇ ਇੱਕ ਦਾਦੂ ਨਾਮ ਦਾ ਫਕੀਰ ਹੋਇਆ ਹੈ, ਉਸ ਨਗਰ ਪਹੁੰਚਦੇ ਹਨ, ਜਿਸ ਦਾਦੂ ਨੂੰ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਮਿਲਾਪ ਹੋਇਆ। ਜਿਸ ਵੇਲੇ ਉੱਥੇ ਪਹੁੰਚੇ ਤੇ ਉੱਥੇ ਡੇਰਾ ਹੈ ਦਾਦੂ ਦਾ, ਤੇ ਉਸ ਦਾ ਇਸ ਵੇਲੇ ਪੈਰੋਕਾਰ ਹੈ, ਪ੍ਰਬੰਧਕ ਹੈ ਜੈਤ ਰਾਮ। ਜਿਸ ਵੇਲੇ ਮਹੰਤ ਜੈਤ ਨੂੰ ਪਤਾ ਲੱਗਿਆ ਤਾਂ ਉਸ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਪੁੱਛਣਾ ਕੀਤਾ, ਇਹ ਕੌਣ ਹੈ, ਕਿੱਥੋਂ ਆਏ ਨੇ। ਇੱਕ ਸਿੱਖ ਨੇ ਦੱਸਿਆ ਗੁਰੂ ਨਾਨਕ ਦੇਵ ਦੀ ਗੱਦੀ ਦੇ 10ਵੇਂ ਵਾਰਸ ਹੈ, ਔਰ ਇਹ ਜੰਗਾਂ ਯੁੱਧਾਂ ਦੇ ਵਿੱਚ ਔਰੰਗਜ਼ੇਬ ਦੇ ਨਾਲ ਬੇਅੰਤ ਜੰਗ ਕੀਤੇ ਅਤੇ ਉਹਨਾਂ ਨੇ ਲੱਖਾਂ ਹੀ ਜ਼ੁਲਮ ਕਰਨ ਵਾਲੇ ਫੌਜਾਂ ਦਾ ਖਾਤਮਾ ਕੀਤਾ ਹੈ। ਤੋ ਮਹੰਤ ਜੈਤ ਰਾਮ ਹੈਰਾਨ ਹੋਇਆ ਵੀ ਯਾਰ ਉਹ ਤਾਂ ਸ੍ਰਿਸ਼ਟੀ ਦਾ ਮਾਲਕ ਹੈ, ਸਾਰੀ ਧਰਤੀ ਦਾ ਰਾਜਾ ਹੈ, ਉਹਦੇ ਨਾਲ ਫਿਰ ਤਾਂ ਬਹੁਤ ਸੂਰਬੀਰ ਯੋਧਾ ਹੈ। ਚਲੋ ਮੈਂ ਵੀ ਦਰਸ਼ਨ ਕਰਕੇ ਆਉਂਦਾ ਹਾਂ। ਤੇ ਇਹ ਆਪਣੇ ਚੇਲਿਆਂ ਬਾਲਕਿਆਂ ਨੂੰ ਨਾਲ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆ ਕੇ ਮਿਲਦਾ ਹੈ। ਇਹਨਾਂ ਦੀਆਂ ਕੀ ਵਿਚਾਰਾਂ ਹੁੰਦੀਆਂ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਣੀ ਮਹੰਤ ਜੈਤ ਸਭ ਬਾਤ ਅਚਰਜ ਧਰਤ ਰਿਦੇ ਅਵਦਾਤ। ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਰੈਣਪੁਰ ਦਾਦੂ ਦੇ ਨਗਰ ਪਹੁੰਚਦੇ ਹਨ, ਇਸ ਨੂੰ ਦਾਦੂ ਦਾ ਦੁਆਰਾ ਕਹਿੰਦੇ ਆ। ਤੋ ਦਾਦੂ ਦੇ ਨਗਰ ਪਹੁੰਚਦੇ ਹਨ ਨਰੈਣਪੁਰ, ਤੇ ਉਸ ਦੇ ਮਹੰਤ ਜੈਤ ਰਾਮ ਨੇ
ਸਿੱਖਾਂ ਨੂੰ ਪੁੱਛਣਾ ਕੀਤਾ। ਜਦ ਉਹਨਾਂ ਨੇ ਦੱਸਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹਨ ਔਰ ਤੁਰਕਪਤੀ ਔਰੰਗਜ਼ੇਬ ਦੇ ਨਾਲ ਇਹਨਾਂ ਦੀਆਂ ਕਈ ਜੰਗਾਂ ਹੋਈਆਂ ਅਤੇ ਜਿਨ੍ਹਾਂ ਦੇ ਵਿੱਚ ਸਾਰੀਆਂ ਜੰਗਾਂ ਸਤਿਗੁਰ ਨੇ ਜਿੱਤੀਆਂ ਅਤੇ ਔਰੰਗੇ ਦੀਆਂ ਫੌਜਾਂ ਹਾਰੀਆਂ, ਖਤਮ ਹੋਈਆਂ। ਇਹ ਗੱਲ ਸੁਣ ਕੇ ਜੈਤ ਰਾਮ ਮਹੰਤ ਜਿਹੜਾ ਸੀਗਾ ਬੜਾ ਹੈਰਾਨ ਹੋਇਆ ਵੀ ਉਹ ਤਾਂ ਯਾਰ ਸਾਰੀ ਸ੍ਰਿਸ਼ਟੀ ਦਾ, ਇਹ ਧਰਤੀ ਦਾ ਰਾਜਾ ਹੈ, ਉਹਦੇ ਨਾਲ ਇਹਨੇ ਜੰਗਾਂ ਕਰਕੇ ਜਿੱਤੀਆਂ, ਫਿਰ ਤਾਂ ਇਹ ਉਹਨਾਂ ਤੋਂ ਵੱਡਾ ਹੈ। ਚਲੋ ਮੈਂ ਵੀ ਦਰਸ਼ਨ ਕਰਦਾ ਹਾਂ। ਮਹਾ ਤੁਰਕ ਪਤ ਸਭ ਚਿਤ ਮਾਲਕ, ਮਹਾ ਸੋ ਪਟ ਤਹਿ ਸੋਰਨ ਘਾਲਕ। ਤਾਂ ਗੁਰੂ ਪਿਆਰਿਓ, ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਜਿਸ ਵੇਲੇ ਸਿੱਖਾਂ ਨੇ ਦੱਸਣਾ ਕੀਤਾ, ਕਹਿਣ ਲੱਗੇ ਅੱਛਾ ਔਰੰਗਜ਼ੇਬ ਦੇ ਨਾਲ ਜੰਗ ਵਿੱਢੀ ਹੈ। ਇਕੱਠੇ ਕਰੇ ਸਾਧ ਤਿਸ ਕਾਲਾ, ਦਰਸ਼ਨ ਕਰਨ ਹਿਤ ਸੋ ਚਾਲਾ। ਇਸ ਨੇ ਆਪਣੇ ਸਾਰੇ ਚੇਲੇ ਬਾਲ ਕੇ, ਡੇਰੇ ਦੇ ਚੇਲੇ ਸਨ ਜਿਹੜੇ ਸਾਧੂ ਸਨ, ਇਕੱਠੇ ਕੀਤੇ। ਚਲੋ ਬਈ ਤੁਹਾਨੂੰ ਇੱਕ ਜੋਧੇ ਦੇ ਸੂਰਬੀਰ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਵਾਵਾਂ। ਜੇ ਪ੍ਰਭ ਤੇਰੇ ਦੀਵਾਨ ਲਗਾਏ, ਚਿਤਵਿਤ ਮਹਿਮਾ ਕੋ ਤਹਿ ਆਏ। ਔਰ ਸਤਿਗੁਰਾਂ ਦੀਆਂ ਗੱਲਾਂ ਕਰਦੇ ਹੋਏ, ਚਿਤਵਤ ਮਹਿਮਾ ਜਿਹੜੀਆਂ ਸਿੱਖਾਂ ਦੇ ਕੋਲੋਂ ਸੁਣੀਆਂ, ਹੁਣੇ ਆਪਸ ਵਿੱਚ ਗੱਲਾਂ ਕਰਦੇ ਹੋਏ ਗੁਰੂ ਸਾਹਿਬ ਦੇ ਕੋਲ ਆ ਰਹੇ ਹਨ। ਇਕਤ ਹੋਏ ਕਰਤੇ ਕਰ ਨਾਮੋ, ਸ੍ਰੀ ਗੁਰ ਪਿਖ ਮਹੰਤ ਤਹਿ ਸਮੋ। ਔਰ ਇਹਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਪਰ ਸਤਿਗੁਰਾਂ ਨੂੰ ਪਤਾ ਲੱਗਿਆ ਵੀ ਇਹ ਮਹੰਤ ਹੈ, ਨਾਲ ਇਹਦੇ ਚੇਲੇ ਹਨ, ਤੇ ਸਤਿਗੁਰੂ ਚਾਹੁੰਦੇ ਆ ਕਿਸੇ ਦੀ ਵੀ ਜਿਹੜੀ ਹੈ ਥੋੜ੍ਹੀ ਹੇਠੀ ਨਾ ਹੋਵੇ। ਇਸ ਕਰਕੇ ਸਤਿਗੁਰਾਂ ਨੇ ਜੈਤ ਰਾਮ ਨੂੰ ਸਤਿਕਾਰ ਦਿੱਤਾ ਹੈ, ਤੇ ਸਤਿਕਾਰ ਦਿੰਦੇ ਹੋਏ ਕਹਿਣ ਲੱਗੇ ਆ ਜਾ, ਉਰੇ ਆ ਜਾ ਭਾਈ। ਸਾਦਰ ਨਿਕਟ ਬਿਠਾਵਣ ਕਰਿਓ, ਬੈਠ ਦਰਸ ਕਰ ਆਨੰਦ ਭਰਿਓ। ਔਰ ਸਤਿਕਾਰ ਸਹਿਤ ਸਤਿਗੁਰਾਂ ਨੇ ਜੈਤ ਰਾਮ ਨੂੰ ਆਪਣੇ ਕੋਲ ਬਿਠਾਉਣਾ ਕੀਤਾ ਹੈ। ਸਾਹਿਬਜ਼ਾਦਨ ਕੀ ਕਰ ਗਾਥਾ, ਬੋਲਤ ਪਿਓ ਗੁਰੂ ਕੀ ਸਾਥਾ। ਔਰ ਸਿੱਖਾਂ ਨੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਵੀ ਦੱਸਿਆ ਸੀ ਕਿ ਇਹਨਾਂ ਦੇ 4 ਪੁੱਤਰ ਸਨ ਜਿਹੜੇ ਕਿ ਜੰਗਾਂ ਵਿੱਚ ਸ਼ਹੀਦ ਹੋ ਗਏ। ਤੋ ਇਸ ਨੇ ਬੈਠ ਕੇ ਪਹਿਲਾਂ ਉਹਨਾਂ ਸਾਹਿਬਜ਼ਾਦਿਆਂ ਦੀ ਗੱਲ ਤੋਰੀ ਹੈ। ਇਸੀ ਹੇਤ ਸ੍ਰੀ ਦਾਦੂ ਕਹਿਓ, ਨਿਰਦਾਬੇ ਮੈਂ ਬਹੁ ਸੁਖ ਲਹਿਓ। ਔਰ ਕਹਿਣ ਲੱਗਿਆ ਮਹਾਰਾਜ ਕੀ ਲੋੜ ਸੀ ਜੰਗਾਂ ਯੁੱਧਾਂ ਦੀ, ਤਾਈਓ ਤਾਂ ਸਾਡਾ ਦਾਦੂ ਕਹਿੰਦਾ ਹੈ ਕਿ ਦਾਵਾ ਹੀ ਨਾ ਬੰਨੋ, ਜਿਵੇਂ ਦੁਨੀਆ ਚੱਲਦੀ ਹੈ ਚੱਲੀ ਜਾਣ ਦਿਓ। ਤੁਸੀਂ ਇਹ ਦਾਵਾ ਬੰਨ੍ਹ ਕੇ ਦੇਖੋ, ਆਪਣੇ 4 ਪੁੱਤਰ ਵੀ ਸ਼ਹੀਦ ਕਰਵਾ ਲਏ, ਸਰਬੰਸ ਸ਼ਹੀਦ ਕਰਵਾ ਲਏ ਆਪਣਾ, ਔਰ ਅਨੰਦਪੁਰ ਵਰਗਾ ਨਗਰ ਵੀ ਛੱਡਣਾ ਪਿਆ। ਦਾਦੂ ਦਾਵਾ ਦੂਰ ਕਰ, ਬਿਨ ਦਾਵੇ ਦਿਨ ਕੱਟ। ਤਾਈਓ ਤਾਂ ਸਾਡੇ ਦਾਦੂ ਜੀ ਕਹਿੰਦੇ ਹਨ, ਮੈਂ ਉਹਨਾਂ ਦਾ ਇੱਕ ਦੋਹਰਾ ਸੁਣਾ ਦਿਆਂ ਤੁਹਾਨੂੰ ਕਿ ਦਾਦੂ ਦਾਵਾ ਦੂਰ ਕਰ, ਬਿਨ ਦਾਵੇ ਦਿਨ ਕੱਟ। ਕੀਤੀ ਸੌਦਾ ਕਰ ਗਈ, ਈਤ ਪਸਾਰੀ ਦੇ ਹਟ। ਇਹ ਤਾਂ ਸੰਸਾਰ ਪਸਾਰੀ ਦੀ ਹਟ ਵਰਗਾ। ਹੁਣ ਸ਼ਾਮ ਤੱਕ ਪਰਚੂਨ ਦੀ ਦੁਕਾਨ ਤੇ ਕਿੰਨੇ ਗਾਹਕ ਆਉਂਦੇ ਆ, ਕਿੰਨੇ ਜਾਂਦੇ ਆ, ਦੁਕਾਨ ਸੌਦਾ ਵੇਚੀ ਜਾਂਦਾ ਬੈਠਾ। ਇਸੇ ਤਰ੍ਹਾਂ ਹੀ ਇਹ ਕਹਿੰਦਾ ਸੰਸਾਰ ਪੰਸਾਰੀ ਦੀ ਹੱਟ ਹੈ ਮਹਾਰਾਜ, ਇੱਥੇ ਕਈ ਆਏ ਤੇ ਕਈ ਚਲੇ ਗਏ, ਸਾਨੂੰ ਦਾਵਾ ਨਹੀਂ ਬੰਨ੍ਹਣਾ ਚਾਹੀਦਾ, ਭਾਵ ਸਾਨੂੰ ਦਾਵਾ ਨਹੀਂ ਕਰਨਾ ਚਾਹੀਦਾ। ਭਾਈ ਦਾਵਾ ਕਰਨੇ ਮੈਂ ਦੁੱਖ ਕਨੇ, ਉਠੇ ਉਪਾਦਨਾ ਜਾਹੀ ਗਨੇ। ਔਰ ਜਦੋਂ ਕੋਈ ਦਾਵਾ ਬਣਦਾ ਹੈ ਉਹਦੇ ਵਿੱਚ ਕਿਤਨੇ ਦੁੱਖ ਪ੍ਰਾਪਤ ਹੁੰਦੇ ਹਨ, ਕਿਤਨੀਆਂ ਉਪਾਧੀ ਲੜਾਈਆਂ ਖੜੀਆਂ ਹੋ ਜਾਂਦੀਆਂ। ਜਦੋਂ ਕੋਈ ਹੱਕ ਦੇ ਉੱਤੇ ਆਪਣਾ ਹੱਕ ਮੰਗਦਾ ਹੈ, ਜਦੋਂ ਕੋਈ ਹੱਕ ਮੰਗਦਾ ਉਦੋਂ ਹੀ ਲੜਾਈਆਂ ਹੁੰਦੀਆਂ ਨਾ। ਇਸ ਕਰਕੇ ਜਿਹੜਾ ਜ਼ੁਲਮ ਕਰਨ ਵਾਲਾ ਉਹ ਹੱਕ ਨੱਪਦਾ ਕਿਸੇ ਦਾ, ਅਤੇ ਜਦੋਂ ਹੱਕ ਮੰਗਣ ਵਾਲਾ ਚੁੱਪ ਕਰ ਰਵੇ ਤਾਂ ਫਿਰ ਜ਼ੁਲਮ ਕਰਨ ਵਾਲਾ ਖੁਸ਼ ਰਹਿੰਦਾ, ਅਤੇ ਜੇ ਉਹ ਹੱਕ ਮੰਗੇ ਆਪਣਾ ਫਿਰ ਉਹਨਾਂ ਨੂੰ ਉਹ ਮਾੜੇ ਦੱਸਦਾ। ਇਸ ਕਰਕੇ ਕਹਿਣ ਲੱਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਇਹ ਦਾਅਵੇ ਬੰਨ੍ਹਣ ਵਿੱਚ, ਹੱਕ ਮੰਗਣ ਵਿੱਚ ਬੜੇ ਹੀ ਦੁੱਖ ਹਨ। ਇਸ ਕਰਕੇ
निर्दावे ही रहना चाहिए। निर्दावे में सब सुख है, क्षमा करण ते नर सोलह है। महाराज भुल ही जाना चाहिए, माफ कर देना चाहिए, दावा नहीं बनना चाहिए। सुन सतगुर तब तिसे सुनायो, संतन की मत इम बन आयो। धन गुरु गोबिंद सिंह जी कहते ठीक है जैत राम, तेरी गल सही है। ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਉਣਾ ਹੈ ਸਾਧੂ ਸੰਤਾਂ ਦੇ ਵਾਸਤੇ ਤਾਂ ਇਹ ਗੱਲ ਠੀਕ ਹੈ, ਉਹਨਾਂ ਨੂੰ ਤਾਂ ਇਦਾਂ ਹੀ ਨਿਰਦਾਵੇ ਰਹਿਣਾ ਚਾਹੀਦਾ ਹੈ। ਜਿਨੋ ਧਰਮ ਕੀ ਰੱਖਿਆ ਕਰਨੀ, ਸੁਨ ਤਿਨ ਕੀ ਗਤ ਜਿਮ ਹੈ ਬਰਨੀ। ਪਰ ਜਿਨ੍ਹਾਂ ਨੇ ਸੰਸਾਰ ਵਿੱਚ ਧਰਮ ਨੂੰ ਕਾਇਮ ਕਰਨਾ ਹੋਵੇ, ਅਧਰਮ ਦਾ ਖਾਤਮਾ ਕਰਨਾ ਹੋਵੇ, ਜ਼ੁਲਮ ਦਾ ਖਾਤਮਾ ਕਰਨਾ ਹੋਵੇ, ਉਹ ਦਾਵਾ ਛੱਡ ਕੇ ਕਿਵੇਂ ਬੈਠ ਜਾਣ। ਆ ਸੁਣ ਉਹਨਾਂ ਬਾਰੇ। ਦੋਹਰਾ दादू दावा बंद की सब को लिए लुट। ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਡਾ ਤਾਂ ਖਿਆਲ ਇਹ ਹੈ ਉਹਨਾਂ ਯੋਧਿਆਂ ਵਾਸਤੇ ਕਿ ਦਾਵਾ ਬਣ ਕੇ ਆਪਣਾ ਹੱਕ ਨੂੰ ਪ੍ਰਾਪਤ ਕਰਨ ਦੇ ਲਈ ਦੁਸ਼ਮਣ ਨੂੰ ਲੁੱਟ ਲਈਏ, ਖਤਮ ਕਰੀਏ। ਕੋ ਰਹਿਸੀ ਖਾਲਸਾ ਹੋਰ ਸਭ ਮਰਸੀ ਹੋਟ। ਔਰ ਇੱਕ ਸਾਡਾ ਖਾਲਸਾ ਪੰਥ ਜਿਹੜਾ ਹੈ ਇਹ ਹਮੇਸ਼ਾ ਰਹੇਗਾ, ਬਾਕੀ ਸਭ ਖਤਮ ਹੋ ਜਾਣਗੇ। ਚੌਪਈ ਧਰਮ ਬਿਦਾਰਿਓ ਹਿੰਦੂ ਤੁਰਕਾ, ਨਿਸ਼ਚਾ ਕਰਿਓ ਦੂਰ ਸਭ ਉਰਕਾ। ਔਰ ਮਾਨੋ ਇਹ ਬਚਨ ਗੁਰੂ ਕਾ ਜਿਹੜਾ ਹੈ ਨਾ ਇਹ ਭਵਿੱਖ ਬਾਣੀ ਵੀ ਆ, ਉਹਨਾਂ ਦੇ ਭਵਿੱਖਤ ਬਚਨਾਂ ਵਿੱਚ ਵੀ ਇਹ ਬਚਨ ਕੀਤੇ ਹੋਏ ਹੈ। ਤੇ ਜਦੋਂ ਉਹ ਸਮਾਂ ਆਵੇਗਾ ਸੰਸਾਰ ਦੇ ਵਿੱਚ ਖਾਲਸਾ ਪੰਥ ਫੈਲੇਗਾ। ਹੌਲੀ ਹੌਲੀ ਇਹ ਸੰਸਾਰ ਨੇ ਇਸੇ ਤਰ੍ਹਾਂ ਜਿਵੇਂ ਰੂਸ ਲੜਾਈਆਂ ਕਰ ਰਿਹਾ, ਇੱਕ ਦੇਸ਼ ਖਤਮ ਕਰ ਦਿੱਤਾ, ਉਸਨੇ ਲੜਾਈਆਂ ਕਰ ਕਰਕੇ ਇਸੇ ਤਰ੍ਹਾਂ ਹੀ ਲੜਾਈਆਂ ਲੱਗ ਜਾਂਦੀਆਂ। ਫਿਰ ਅਖੀਰ ਤੇ ਪਾਤਸ਼ਾਹ ਕਹਿੰਦੇ ਮੇਰਾ ਸਾਜਿਆ ਖਾਲਸਾ ਪੰਥ ਜਿਹੜਾ ਹੈ ਸਾਰੇ ਫੈਲ ਜਾਵੇਗਾ, ਹੋਰ ਸਭ ਲੜ ਲੜ ਕੇ ਹੀ ਮਰ ਜਾਣਗੇ। ਰਹਿ ਕੇ ਸ਼ਾਸਤਰ ਤੀਜੀ ਦੰਡ, ਰਹੇ ਧਰਮ ਤਬ ਦੁਸ਼ਟਨ ਖੰਡ। ਧਰਮ ਵਿਦਾਰਿਓ ਹਿੰਦੂ ਤੁਰਕਾ, ਇਹਨਾਂ ਤੁਰਕਾਂ ਨੇ ਭਾਰਤ ਵਰਸ਼ ਦਾ ਧਰਮ ਖਤਮ ਕਰ ਦਿੱਤਾ ਹੈ, ਲੋਕਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਹੇ ਹਨ। ਇਸ ਤਰ੍ਹਾਂ ਇਹਨਾਂ ਹਿੰਦੂਆਂ ਤੁਰਕਾਂ ਦਾ ਜਿਹੜਾ ਧਰਮ ਵਿਗਾੜਿਆ ਗਿਆ ਹੈ, ਨਿਸ਼ਚਾ ਕਰੋ ਹਿਰਦੇ ਵਿੱਚ ਯਾਦ ਰੱਖੋ ਇਸ ਨੂੰ ਖਤਮ ਕਰਨ ਦੇ ਲਈ ਸਾਨੂੰ ਸ਼ਾਸਤਰ ਫੜਨਾ ਪਿਆ ਤਾਂ ਕਿ ਦੁਨੀਆ ਦੇ ਵਿੱਚ ਧਰਮ ਸਦਾ ਕਾਇਮ ਰਹੇ, ਸੱਚ ਹਮੇਸ਼ਾ ਕਾਇਮ ਰਹੇ। ਜੈਤ ਕਹੇ ਹਮਰੋ ਗੁਰ ਭਾਖਾ, ਛਿਮਾ ਬਿਕੀ ਸਗਰੋ ਗੁਣ ਰਾਖਾ। ਜੈਤ ਰਾਮ ਕਹਿੰਦਾ ਜੀ ਸਾਡਾ ਸਤਿਗੁਰੂ ਦਾਦੂ ਤਾਂ ਇਹ ਕਹਿੰਦਾ ਹੈ ਕਿ ਨਿਮਰਤਾ ਵਿੱਚ ਹੀ ਸਾਰੇ ਸੁੱਖ ਹਨ। ਜਿਮ ਕਰਨੀ ਸੋ ਰਾਹੋ ਬਤਾਇਓ, ਪੁਨ ਦੋਹਾ ਕਹਿ ਔਰ ਸੁਨਾਇਓ। ਸਾਨੂੰ ਤਾਂ ਏਦਾਂ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਤੇ ਇੱਕ ਦੋਹਰਾ ਉਸਨੇ ਦਾਦੂ ਜੀ ਦਾ ਸ਼ਬਦ ਹੋਰ ਸੁਣਾਇਆ ਹੈ। ਦੋਹਰਾ ਦਾਦੂ ਸਮਾਂ ਵਿਚਾਰ ਕੇ ਕਰ ਕਾ ਲੀਜੇ ਪਾਏ। ਦਾਦੂ ਕਹਿੰਦਾ ਕਿ ਸਮਾਂ ਵਿਚਾਰਨਾ ਚਾਹੀਦਾ ਮਨੁੱਖ ਨੂੰ, ਕਲਯੁਗ ਦਾ ਭਿਆਨਕ ਸਮਾਂ ਹੈ। ਜੇ ਕੋ ਮਾਰੇ ਢੀ ਮਿਟ, ਲੀਜੇ ਸੀਸ ਚੜਾਏ। ਬਈ ਜੀ ਆਪਾਂ ਅੱਗੋਂ ਲੜਾਂਗੇ ਤੇ ਫਿਰ ਲੜਾਈ ਵਧੂਗੀ। ਹੁਣ ਰੂਸ ਜਿਹੜਾ ਹੈ ਜਿਵੇਂ ਇਸ ਤਰ੍ਹਾਂ ਗੁਰੂ ਪਿਆਰੂ ਚੜ੍ਹ ਕੇ ਯੂਕਰੇਨ 'ਤੇ ਆਇਆ ਤੇ ਅੱਗੋਂ ਜੇ ਯੂਕਰੇਨ ਵੀ ਚੁੱਪ ਕਰ ਜਾਂਦਾ ਤੇ ਫਿਰ ਇਸ ਨੂੰ ਅੱਗੇ ਤੋਂ ਅੱਗੇ ਹੋਰ ਲੜਾਈਆਂ ਇਸ ਨੇ ਵਧਾਉਣੀਆਂ ਸੀਗਾ। ਹੰਕਾਰੀਆਂ ਦਾ ਹੰਕਾਰ ਖਤਮ ਕਰਨ ਵਾਸਤੇ ਅੱਗੋਂ ਸ਼ਸਤਰ ਚੱਕਣਾ ਪੈਂਦਾ। ਪਰ ਜੈਤ ਰਾਮ ਕਹਿੰਦਾ ਸਾਡਾ ਦਾਦੂ ਕਹਿੰਦਾ ਵੀ ਜੇ ਤੁਹਾਡੇ ਕੋਈ ਡਲਾ ਮਾਰਦਾ ਨਾ ਤੇ ਉਹਨੂੰ ਸਿਰ ਤੇ ਝੱਲ ਕੇ ਚੁੱਪ ਕਰ ਜਾਓ। ਚੌਪਈ ਸੁਨ ਕਰ ਕਹਿਓ ਤੁਮੋ ਇਮ ਅਕਰਨੀ, ਪੰਥ ਨਿਰਵਰਤ ਤਿਨੋ ਕੋ ਬਰਨੀ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਤੁਹਾਡਾ ਜਿਹੜਾ ਸੁਭਾਅ ਹੈ ਨਾ ਉਹ ਭਾਵੇਂ ਕਿਵੇਂ ਵੀ ਹੋਵੇ, ਪਰ ਸਾਡਾ ਜਿਹੜਾ ਚਲਾਇਆ ਹੋਇਆ ਪੰਥ ਹੈ, ਜਿਨ੍ਹਾਂ ਕੋ ਕਰਮ ਹਟਾਵਨ ਕਰਨੋ ਤਿਨ ਕੋ ਅਪਰ ਵਿਦ ਸੋ ਬਰਨੋ। ਜਿਨ੍ਹਾਂ ਨੇ ਇਹੋ ਜਿਹੇ ਜ਼ਾਲਮ ਲੋਕਾਂ ਦਾ, ਵਿਸ਼ੇ ਵਿਕਾਰੀ ਲੋਕਾਂ ਦਾ, ਮਾੜੇ ਲੋਕਾਂ ਦਾ ਖਾਤਮਾ ਕਰਨਾ ਹੋਵੇ, ਦੁਨੀਆ ਵਿੱਚੋਂ ਕੁਕਰਮਾਂ ਨੂੰ ਸਾਫ਼ ਕਰਨਾ ਹੋਵੇ, ਉਹਨਾਂ ਨੂੰ ਇਸ ਢੰਗ ਨਾਲ ਨਹੀਂ ਰਹਿ ਸਕਦੇ। ਦੋਹਰਾ ਦਾਦੂ ਸਮਾ ਵਿਚਾਰ ਕਹਿ ਕਲਕਾ ਲੀਜੇ ਪਾਏ। ਉਹ ਤਾਂ ਫਿਰ ਪਾਤਸ਼ਾਹ ਜੀ ਉਸ ਦਾਦੂ ਦੇ ਨਾਂ ਤੇ ਇੱਕ ਦੋਹਰਾ ਆਪ ਦੱਸਦੇ ਆ, ਦਾਦੂ ਸਮਾਂ ਵਿਚਾਰ ਕੇ ਕਲਕਾ ਲੀਜੇ ਪਾਏ। ਸਮਾਂ ਵਿਚਾਰ ਕੇ ਸਮੇਂ ਦਾ ਖਿਆਲ ਕਰੋ। ਜੇ ਕੋ ਮਾਰੇ ਈਟ ਢੀਮ ਪਾਥਰ ਹਨੇ ਰਿਸਾਏ। ਜੇ ਕੋਈ ਇੱਟ ਮਾਰਦਾ, ਡਲਾ ਮਾਰਦਾ, ਡਲੀ ਮਾਰਦਾ, ਉਹਨੂੰ ਪੱਥਰ ਮਾਰੋ। ਚੌਪਈ ਸੁਨ ਕਰ ਸਿੰਘ ਸਭਾਗਨ ਸਾਧੂ, ਨੈ ਸਹੀਏ ਦੁਸ਼ਟਨ ਅਪਰਾਧੂ। ਤਾਂ ਇਸ ਕਰਕੇ
ਪਾਤਸ਼ਾਹ ਜੀ ਕਹਿੰਦੇ ਉਸ ਦਾ ਮੁਕਾਬਲਾ ਕਰਨਾ ਚਾਹੀਦਾ। ਐਵੇਂ ਤਾਂ ਲੋਕ ਟਿਕਣ ਨਹੀਂ ਦਿੰਦੇ। ਵਾਕਿਆ ਗੱਲ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਵੀ ਸਹੀ ਹੈ। ਗੁਰੂ ਪਿਆਰਿਓ, ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਸੰਸਾਰ ਦੇ ਵਿੱਚ ਬੜੇ ਪਿਆਰ ਸਤਿਕਾਰ ਦੇ ਨਾਲ ਪ੍ਰਚਾਰ ਕੀਤਾ ਸਿੱਖੀ ਦਾ, ਸੱਚ ਦਾ, ਸੰਸਾਰ ਨੂੰ ਮਾਰਗਦਰਸ਼ਨ ਦਿੱਤਾ। ਤੇ ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਦੁਸ਼ਟ ਨੇ ਸ਼ਹੀਦ ਕਰ ਦਿੱਤਾ, ਤੇ ਉਸ ਵੇਲੇ ਫਿਰ ਪੰਜਵੇਂ ਪਾਤਸ਼ਾਹ ਨੇ ਭਾਈ ਜੇਠਾ ਲੰਗਾਹਾ ਬਿਧੀ ਚੰਦ ਆਦਿ ਇਹਨਾਂ ਨੂੰ ਸੁਨੇਹਾ ਦਿੱਤਾ ਕਿ ਜਾਓ ਕਹਿ ਦਿਓ ਹੁਣ ਹਰਗੋਬਿੰਦ ਨੂੰ ਸ਼ਸਤਰਧਾਰੀ ਹੋ ਜਾਵੇ। ਹੁਣ ਮਾਲਾ ਦੀ ਰਾਖੀ ਕਰਨ ਵਾਸਤੇ ਸ਼ਸਤਰਾਂ ਦੀ ਵਾੜ ਕਰਨੀ ਪੈਣੀ ਹੈ, ਨਹੀਂ ਤਾਂ ਦੁਨੀਆ ਜਿਹੜੀ ਹੈ ਉਹ ਮਾਲਾ ਵੀ ਨਹੀਂ ਫੇਰਨ ਦਿੰਦੀ। ਨਹੀਂ ਤਾਂ ਦੁਨੀਆ ਮਾਲਾ ਵੀ ਨਹੀਂ ਫੇਰਨ ਦਿੰਦੀ। ਫਸਲ ਨੂੰ ਵੀ ਜ਼ਿਮੀਂਦਾਰ ਨੂੰ ਵਾੜ ਕਰਨੀ ਪੈਂਦੀ ਹੈ, ਕਣਕਾਂ ਦੀ ਕੰਡਿਆਂ ਦੇ ਨਾਲ, ਤਾਰਾਂ ਦੇ ਨਾਲ। ਇਸ ਕਰਕੇ ਇਸੇ ਤਰ੍ਹਾਂ ਹੀ ਅੱਜ ਧਰਮ ਨੂੰ ਕਾਇਮ ਕਰਨ ਵਾਸਤੇ ਸ਼ਸਤਰਾਂ ਦੀ ਵਾੜ ਕਰਨੀ ਪੈਣੀ ਹੈ। ਤੇ ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਆ ਕੇ ਸਿੱਖਾਂ ਨੇ ਕਿਹਾ ਜੀ ਸਾਥੋਂ ਦਸ਼ਾਲੇ ਖੋਲੇ ਪਠਾਨਾਂ ਨੇ, ਸਾਥੋਂ ਘੋੜੇ ਖੋਲੇ, ਤੇ ਪਾਤਸ਼ਾਹ ਕਹਿੰਦੇ ਸ਼ਸਤਰ ਕਿਉਂ ਨਹੀਂ ਰੱਖਦੇ, 2 ਹੱਥ ਕਰੋ ਇਹਨਾਂ ਨਾਲ। ਹੋ ਸਕਦਾ ਵੀ 2-4 ਸਿੱਖ ਵੀ ਮਾਰੇ ਜਾਣ, ਉਹ ਵੀ ਮਾਰੇ ਜਾਣਗੇ, ਪਰ ਗਾਹਾਂ ਨੂੰ ਉਹਨਾਂ ਨੂੰ ਜਿਹੜਾ ਇਹ ਮੂੰਹ ਪਿਆ ਹੋਇਆ ਰੁਕ ਜਾਣਗੇ। ਆਉਣ ਵਾਲੀਆਂ ਪੀੜ੍ਹੀਆਂ ਸੁਖੀ ਵਸਣਗੀਆਂ। ਫਿਰ ਪਾਤਸ਼ਾਹ ਦੇ ਕਹਿਣ 'ਤੇ ਜਿਹੜੀਆਂ ਸੰਗਤਾਂ ਛੇਵੇਂ ਪਾਤਸ਼ਾਹ ਕੋਲ ਆਉਂਦੀਆਂ ਸਨ, ਉਹ ਹੱਥ ਵਿੱਚ ਛੇਲੇ ਵਰਸੇ ਤਲਵਾਰਾਂ ਰੱਖਦੀਆਂ ਸੀ। ਜਦੋਂ ਉਹਨਾਂ ਨੂੰ ਰਸਤੇ ਵਿੱਚ ਪਠਾਨ ਜਾਂ ਕੋਈ ਹੋਰ ਹੰਕਾਰੀ ਲੋਕ ਛੇੜਦੇ ਸਨ, ਡਿਸਟਰਬ ਕਰਦੇ ਸਨ, ਚੋਰੀ ਠੱਗੀ ਮਾਰਦੇ ਸਨ, ਡਾਕਾ ਮਾਰਦੇ ਸਨ, ਖੋਹਦੇ ਸਨ ਸਮਾਨ, ਤੇ ਫਿਰ ਲੜਾਈਆਂ ਹੋਈਆਂ 5-4। ਉਹਨਾਂ ਲੜਾਈਆਂ ਵਿੱਚ ਕੁਝ ਸਿੱਖ ਵੀ ਸ਼ਹੀਦ ਵੀ ਹੋਏ ਤੇ ਕੁਝ ਜ਼ਖਮੀ ਵੀ ਹੋਏ, ਪਰ ਉਹ ਜਿਹੜੇ ਬਚੇ ਉਹਨਾਂ ਨੇ ਆ ਕੇ ਦੱਸਿਆ ਪਾਤਸ਼ਾਹ ਅੱਜ ਫਿਰ ਕੰਮ ਕਰਤਾ ਤੁਸੀਂ ਜੋ ਕਿਹਾ ਸੀਗਾ। ਉਸ ਤੋਂ ਬਾਅਦ ਫਿਰ ਵੇਖਿਆ ਕਿ ਹੌਲੀ ਹੌਲੀ ਇਹ ਲੋਕ ਪਿੱਛੇ ਹਟਣੇ ਸ਼ੁਰੂ ਹੋਏ। 10ਵੇਂ ਪਾਤਸ਼ਾਹ ਨੇ ਤਾਂ ਪੱਕੇ ਤੌਰ 'ਤੇ ਫਿਰ ਜਿਹੜਾ ਇੰਤਜ਼ਾਮ ਕਰ ਦਿੱਤਾ। ਇਸ ਕਰਕੇ ਪਾਤਸ਼ਾਹ ਕਹਿੰਦੇ ਦਾਦੂ ਜੀ ਜੈਤ ਰਾਮ, ਠੀਕ ਹੈ ਤੇਰੇ ਦਾਦੂ ਦੀ ਗੱਲ ਸਹੀ ਹੈ, ਰਾਮ ਦਿਹਾੜੇ ਦਿਨ ਕੱਟ, ਪਰ ਮੈਂ ਤਾਂ ਕਹਿਣਾ ਜੇ ਕੋਈ ਡਲੀ ਮਾਰਦਾ ਉਹਦੇ ਇੱਟ ਮਾਰੋ, ਜਿਹੜਾ ਇੱਟ ਮਾਰਦਾ ਉਹਦੇ ਪੱਥਰ ਮਾਰੋ। ਇਹ ਸੁਣ ਕੇ ਸਾਰੀ ਸਾਧੂਆਂ ਦੀ ਸਭਾ ਜਿਹੜੀ ਹੈ ਕੀ ਕਹਿੰਦੀ ਹੈ? ਚੌਪਈ ਸੁਨ ਕਰ ਸਿੰਘ ਸਭਾ ਗਨ ਸਾਧੂ, ਨਹਿ ਸਹੀਏ ਦੁਸ਼ਟਨ ਅਪਰਾਧੂ। ਇਸ ਕਰਕੇ ਜਦੋਂ ਇਹ ਸਾਰਾ ਵਿਚਾਰ ਸਤਿਗੁਰਾਂ ਸੁਣਿਆ, ਸਾਧੂਆਂ ਨੇ ਵੀ, ਸਿੰਘਾਂ ਨੇ ਵੀ, ਕਿ ਦੁਸ਼ਟ ਬੰਦਿਆਂ ਦੇ ਜ਼ੁਲਮ ਨੂੰ ਨਹੀਂ ਬਰਦਾਸ਼ਤ ਕਰਨਾ ਚਾਹੀਦਾ। ਅਸੇਸ ਕਰਹੀ ਮੋਦ ਬੜਾਈ, ਵਾਹੋ ਵਾਹੋ ਬਚ ਕਹੇ ਸੁਨਾਈ। ਔਰ ਸਾਰੇ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣ ਲੱਗੇ ਧੰਨੋ ਧੰਨੋ ਮਹਾਰਾਜ, ਗੱਲ ਤੁਹਾਡੀ ਸਹੀ ਹੈ। ਦੋਨੋਂ ਪੱਖਨ ਕੀ ਦਵੈ ਬਾਤ, ਭਈ ਸਭਾ ਮੈਂ ਸ਼ੁਭ ਬਖਿਆਤ। ਇਸ ਤਰ੍ਹਾਂ ਦੋਨੇ ਪੱਖਾਂ ਦੀ ਗੱਲ ਜਿਹੜੀ ਹੈ ਸਭਾ ਦੇ ਵਿੱਚ ਅੱਜ ਕੀਤੀ ਗਈ। ਦਾਦੂ ਜੈ ਰਾਮ ਦੀਆਂ ਵੀ ਗੱਲਾਂ ਕੀਤੀਆਂ ਗਈਆਂ, ਤੇ ਜੋ 10ਵੇਂ ਪਾਤਸ਼ਾਹ ਜੀ ਨੇ ਪੰਥ ਚਲਾਇਆ ਇਹ ਵੀ ਪੱਖ ਸਾਹਮਣੇ ਰੱਖਣਾ ਕੀਤਾ ਜੀ। ਗੁਰੂ ਕਹਿਓ ਆਇਓ ਕਲ ਕਾਲਾ, ਦੁਸ਼ਟਨ ਕੋ ਪਾਤੀਜ ਕਰਾਲਾ। ਤਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭਿਆਨਕ ਕਲਯੁਗ ਆ ਗਿਆ ਜੈਤ ਰਾਮ, ਜਿਹੜਾ ਦੁਸ਼ਟਾਂ ਦਾ ਤੇਜ ਪ੍ਰਤਾਪ ਬੜਾ ਭਿਆਨਕ ਹੋ ਚੁੱਕਿਆ। ਸੰਤ ਗਰੀਬ ਤਿਨ ਦਿਜ ਦੋਖੀ, ਕਰੇ ਅਵਗਿਆ ਮੂਰਖ ਰੋਖੀ। ਇਹ ਦੁਸ਼ਟ ਲੋਕ ਸਾਧੂ ਸੰਤਾਂ ਦੀ, ਗਰੀਬਾਂ ਦੀ, ਗਊ ਗਰੀਬ ਦੀ, ਬ੍ਰਾਹਮਣਾਂ ਦੀ, ਬ੍ਰਾਹਮਣ ਤੋਂ ਭਾਵ ਹੀ ਨਹੀਂ ਕਿ ਜਾਤ ਬ੍ਰਾਹਮਣ ਦੀ, ਨਾਮ ਜਪਣ ਵਾਲੀਆਂ ਰੂਹਾਂ ਦੀ, ਸਾਧੂਆਂ ਸੰਤਾਂ ਦੀ ਜਿਹੜੀ ਬੜੀ ਬੇਅਦਬੀ ਕਰਦੇ ਹਨ। 300 ਦੰਡ ਕਰਨ ਬਨਿਆਵੈ, ਧਰਨੀ ਛਿਮਾ ਨਹੀਂ ਨਿਭਾਵੈ। ਉੱਥੇ ਫਿਰ ਚੁੱਪ ਕਰਨਾ ਠੀਕ ਨਹੀਂ ਹੈ, ਉਹਨਾਂ ਨੂੰ ਦੰਡ ਦੇਣਾ ਹੀ ਬਣਦਾ ਹੈ। ਉੱਥੇ ਨਿਮਰਤਾ ਨਹੀਂ ਚੱਲਦੀ ਜਦੋਂ ਕੋਈ ਗਊ ਗਰੀਬ ਤੇ ਇਸਤਰੀ ਤੇ ਹਮਲਾ ਕਰਦਾ ਹੈ, ਸਾਧੂਆਂ ਸੰਤਾਂ ਨੂੰ ਮਾਰਦਾ ਹੈ। ਤੇਗ ਤੁਪਕ ਤੀਰਨ ਖਰ ਧਰ ਕਰ, ਕਰੇ ਦਿਖਾਵਨ ਤੇਜ ਤਰਾਤਰ। ਔਰ ਹੱਥ ਵਿੱਚ ਤੇਗ ਫੜ ਕੇ, ਬੰਦੂਕ ਫੜ ਕੇ, ਤੀਰ ਕਮਾਨ ਫੜ ਕੇ ਉਹਨਾਂ ਦੁਸ਼ਟਾਂ ਨੂੰ ਆਪਣਾ ਤੇਜ ਪ੍ਰਤਾਪ ਦਿਖਾਉਣਾ ਚਾਹੀਦਾ ਹੈ। ਉਹ ਕਲ ਕਾਲ ਵਿਖੇ ਬਨਿਆਵੈ, ਜੀਤੇ ਹੱਥ ਚਿੰਤਾ ਬਿਸਰਾਵੈ। ਔਰ ਫੇਰ ਕਲਯੁਗ ਦੇ ਭਿਆਨਕ ਸਮੇਂ ਵਿੱਚ ਅਸੀਂ ਸੁਖੀ ਵਸ ਸਕਦੇ ਹਾਂ। ਇਹੋ ਜਿਹੇ ਦੁਸ਼ਟਾਂ ਨੂੰ ਮਾਰ ਕੇ ਚਿੰਤਾ ਦਾ ਖਾਤਮਾ ਕਰਾਂਗੇ। ਸੁਧ ਬੁੱਧ ਸਹਿਤ ਭਲੇ ਗੁਣ ਸਾਰੀ, ਨਰ ਉਰਤੀ ਕਲਯੁਗ ਨਿਰਵਾਰੀ। ਔਰ ਸੁਧ ਬੁੱਧ ਸਹਿਤ ਇਸ ਵਿੱਚ ਸਾਰੇ ਭਲੇ ਗੁਣ ਹਨ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਸੀਗਾ ਕਿ ਇਹੋ ਜਿਹੇ ਲੋਕਾਂ ਦਾ ਡੰਡਾ ਹੀ ਪੀਰ ਆ, ਡੰਡੇ ਬਿਨਾਂ ਮੰਨਦੇ ਨਹੀਂ। ਤਾਂ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਫਿਰ ਡੰਡੇ ਨਾਲ ਹੀ ਮੱਤ ਆਉਂਦੀ ਆ, ਫਿਰ ਸੁੱਧ ਆਉਂਦੀ ਹੈ, ਬੁੱਧੀ ਆਉਂਦੀ ਹੈ, ਫਿਰ ਸਾਰੇ ਗੁਣ ਆ ਜਾਂਦੇ ਹਨ ਜਦੋਂ ਡੰਡਾ ਦਿਖਾਇਆ ਜਾਂਦਾ ਹੈ। ਨਰ ਉਰਤੇ ਕਲਯੁਗ ਨਿਰਵਾਰੇ, ਜਿਸ ਨੂੰ ਇਹ ਕਲਯੁਗ ਦੇ ਭਿਆਨਕ ਸਮੇਂ ਨੇ ਬੰਦਿਆਂ ਵਿੱਚੋਂ ਸਮੱਤ ਵੀ ਖਤਮ ਕਰ ਦਿੱਤੀ ਆ, ਚੰਗੇ ਗੁਣ ਵੀ ਖੈਬ ਕਰ ਦਿੱਤੇ। ਘਰ ਹੀ ਸ਼ਾਸਤਰ ਸਿਮਰੇ ਸਤਨਾਮੋ, ਧਰਮ ਤਰੇ ਪਹੁੰਚੇ ਸੁਰਤਾਮੋ। ਇਸ ਕਰਕੇ ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਭ ਚੜ੍ਹੈ ਭਵ ਸਾਗਰ ਤਾਰੈ। ਦੇ ਮਹਾਵਾਕ ਅਨੁਸਾਰ ਸਿੱਖ ਨੂੰ ਹਮੇਸ਼ਾ ਸ਼ਾਸਤਰ ਧਾਰਨ ਕਰਨਾ ਚਾਹੀਦਾ ਹੈ, ਹਿਰਦੇ ਵਿੱਚ ਨਾਮ ਜਪਣਾ ਚਾਹੀਦਾ ਹੈ, ਧਰਮ ਨੂੰ ਕਾਇਮ ਕਰਨ ਵਾਸਤੇ ਜੰਗ ਯੁੱਧ ਵੀ ਕਰਨਾ ਚਾਹੀਦਾ ਹੈ। ਐਸਾ ਯੋਧਾ ਸਿਮਰਨ ਅਤੇ ਦੁਨੀਆ ਦਾ ਭਲਾ ਕਰਦਾ ਹੋਇਆ ਸੁਰਧਾਮ ਪਰਮੇਸ਼ਰ ਦੇ ਦਰ ਤੇ ਪਹੁੰਚਦਾ ਹੈ। ਇਸ ਕਾਰਨ ਤੇ ਪੰਥ ਪਾਇਓ, ਦੇ ਅਯੁੱਧ ਰਸ ਵੀਰ ਵਧਾਇਓ। ਬਸ ਇਹ ਦੁਸ਼ਟਾਂ ਦਾ ਖਾਤਮਾ ਕਰਨ ਦੇ ਲਈ ਮੈਂ ਪੰਥ ਦੀ ਸਾਜਨਾ ਕੀਤੀ ਹੈ। ਜੋ ਪ੍ਰਭ ਕਹਿਓ ਸੋ ਕਹਿਓ, ਜੋ ਮੈਨੂੰ ਪਰਮੇਸ਼ਰ ਨੇ ਕਿਹਾ ਮੈਂ ਉਹ ਕਹਿਣ ਆਇਆ ਹਾਂ। ਭੇਖ ਭੀਜ ਹਉ ਨਹੀਂ, ਮੈਂ ਕਿਸੇ ਭੇਗ ਨੂੰ ਧਾਰਨ ਕਰਨ ਵਾਲਾ ਨਹੀਂ। ਅਲੇਖ ਬੀਜ ਬੀਜ ਹਾਂ, ਮੈਂ ਉਸ ਪਰਮੇਸ਼ਰ ਦਾ ਨਾਮ ਦਾ ਬੀਜ ਦੁਨੀਆ ਵਿੱਚ ਬੀਜਣ ਵਾਸਤੇ ਆਇਆ ਹਾਂ। ਸਮਝ ਲਿਓ ਸਾਧੂ ਸਭ ਮਨ ਮੰਗ, ਯਾਹੀ ਕਾਜ ਧਰਾ ਹਮ ਜਨਮੰ। ਧਰਮ ਚਲਾਵਨ ਦੁਸ਼ਟ ਉਭਾਰਨ, ਸੰਤ ਇਸ ਮਾਤ ਲੋਕ ਦੇ ਵਿੱਚੋਂ ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦੀਆਂ ਜੜ੍ਹਾਂ ਪਟਣੀਆਂ, ਸੰਤਾਂ ਨੂੰ ਉੱਚੇ ਚੁੱਕਣਾ, ਅਤੇ ਇਹੋ ਹੀ ਮੇਰਾ ਕੰਮ ਹੈ ਜੋ ਪਰਮੇਸ਼ਰ ਨੇ ਮੇਰੇ ਜੁਮੇ ਸੌਂਪੇ ਹੈ। ਇਸੇ ਲਈ ਮੈਂ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਵਚਨ ਬਿਲਾਸ ਕਰੇ ਇਤਿਆਦ, ਹਰਖੀ ਚੌਦਸ ਸੁਨ ਸਬਾਦ। ਤਾਂ ਦੋਹੋਂ ਦੇਸ਼ ਦੋਨੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਮਣੇ ਬੈਠੇ ਆ ਸਾਧੂ, ਦੋਨੇ ਪਾਸੇ ਬੜੀ ਖੁਸ਼ੀ ਹੋਈ। ਗੁਰੂ ਕੇ ਸਿੰਘ ਵੀ ਖੁਸ਼ ਹੋਏ, ਜੈਤ ਰਾਮ ਦੇ ਸਾਧੂ ਵੀ ਸਾਰੇ ਬੜੇ ਖੁਸ਼ ਹੋਏ ਐਸੀਆਂ ਬਚਨ ਵਿਚਾਰਾਂ ਸੁਣ ਕੇ। ਸਾਧ ਜੈਤ ਕਰ ਜੋਰੂ ਚਾਰਾ, ਅੱਜ ਦੇਗ ਤੇ ਲਿਓ ਭੰਡਾਰਾ। ਤੇ ਫਿਰ ਸਾਧ ਦੇ ਮਨ ਵਿੱਚ ਇੱਕ ਫੁਰਨਾ ਬਣਿਆ, ਖੁਸ਼ੀ ਪੈਦਾ ਹੋਈ। ਕਹਿੰਦਾ ਮਹਾਰਾਜ ਜੀ ਅੱਜ ਕਿਰਪਾ ਕਰਕੇ ਸਾਡੇ ਡੇਰੇ ਚੋਂ ਲੰਗਰ ਛਕੋ ਸਾਰੇ। ਸ੍ਰੀ ਦਾਦੂ ਅਸ ਹੁਕਮ ਬਖਾਨਾ, ਆਏ ਜੀ ਇਹਾ ਸਬਨ ਦੇ ਖਾਨਾ। ਔਰ ਦਾਦੂ ਦਾ ਸਾਨੂੰ ਹੁਕਮ ਹੈ ਕਿ ਤੁਸੀਂ ਰਾਹੀ ਪਾਣੀ ਨੂੰ ਭੋਜਨ ਛਕਾਉਣਾ ਹੈ ਭਾਈ ਜ਼ਰੂਰ। ਯਾਤੇ ਲੀਜੇ ਭਾਉ ਹਮਾਰੋ, ਦਲ ਜੁਤ ਕੀਜੇ ਅੰਗੀਕਾਰੋ। ਤਾਂ ਤੇ ਸਾਡਾ ਇਹ ਪ੍ਰੇਮ ਪ੍ਰਵਾਨ ਕਰੋ, ਆਪਣੀ ਫੌਜਾਂ ਦੇ ਸਮੇਤ ਜਿਹੜਾ ਹੈ ਅੱਜ ਦਾ ਲੰਗਰ ਡੇਰੇ ਵਿੱਚ ਬਣੇਗਾ ਤੁਹਾਡੇ ਲਈ। ਸ੍ਰੀ ਪ੍ਰਭ ਜੀ ਸੁਣ ਕੇ ਮੁਸਕਾਏ, ਪਤਿਆ ਬਨ ਹਿਤ ਤਾਹੇ ਅਲਾਏ। ਔਰ ਸਤਿਗੁਰਾਂ ਨੇ ਇੱਥੇ ਇੱਕ ਪ੍ਰੀਖਿਆ ਪਾਤੀ ਇਹਨੂੰ ਪਰਤਿਆਉਣ ਵਾਸਤੇ ਵੀ। ਬਸ ਮਾੜੀ ਮੋਟੀ ਉੱਤੋਂ ਹੀ ਸੇਵਾ ਕਰਦਾ ਕਿ ਵਿੱਚੋਂ ਕਰਦਾ, ਉਹਨੂੰ ਪਰਤਿਆਉਣ ਵਾਸਤੇ ਪਾਤਸ਼ਾਹ ਕੀ ਕਹਿੰਦੇ? ਹਮਰੇ ਸੰਗ ਬਾਜ ਬਹੁ ਤੇਰੀ, ਨੈ ਆਹਾਰ ਪਾਇਓ ਇਸ ਬੇਰੇ। ਕਹਿੰਦੇ ਜੈਤ ਰਾਮ ਅਸੀਂ ਕੀ ਕਰੀਏ, ਸਾਡੇ ਜਿਹੜੇ ਬਾਜ ਹੈ ਨਾ, ਕਈ ਸਾਡੇ ਕੋਲੇ ਜੰਗ ਕਰਨ ਵਾਸਤੇ ਬਾਜ ਵੀ ਰੱਖੇ ਹੋਏ ਆ, ਉਹਨਾਂ ਨੂੰ ਕਈ ਦਿਨਾਂ ਤੋਂ ਭੋਜਨ ਨਹੀਂ ਮਿਲਿਆ। ਇਨ ਕੋ ਤ੍ਰਿਪਤ ਪ੍ਰਥਮ ਕਰ ਲੀਜੈ, ਪਾਛੇ ਹਮੋ ਦੇਗ ਦਹਿ ਦੀਜੈ। ਪਹਿਲਾਂ ਸਾਡੇ ਬਾਜਾਂ ਨੂੰ ਭੋਜਨ ਛਕਾ, ਫਿਰ ਅਸੀਂ ਛਕਾਂਗੇ। ਸੁਰਤ ਸਾਧ ਉਪਜੀ ਤੁਜ ਤਾਈ, ਇਹੋ ਅਨ ਬਨ ਕੈਸੇ ਬਨ ਆਈ। ਹੁਣ ਸਾਧ ਜਿਹੜਾ ਸੀਗਾ ਗੁਰੂ ਪਿਆਰਿਓ ਵੈਸ਼ਨੂੰ ਸੀਗਾ, ਤੇ ਬਾਜ ਖਾਂਦੇ ਆ ਮਾਸ, ਉਹ ਤਾਂ ਹੋਰ ਕੁਝ ਖਾਂਦੇ ਹੀ ਨਹੀਂਗੇ। ਉਹ ਤਾਂ ਇਹ ਗੱਲ ਸੁਣ ਕੇ ਦੁਚਿੱਤੀ 'ਚ ਪੈ ਗਿਆ ਵੀ ਆਹ ਕੀ ਹੋ ਗਿਆ। ਮੈਂ ਤਾਂ ਪਾਤਸ਼ਾਹ ਜੀ ਨੂੰ ਭੋਜਨ ਛਕਾਉਣ ਦੀ ਗੱਲ ਕੀਤੀ ਸੀ ਤੇ ਪਾਤਸ਼ਾਹ ਜੀ ਨੇ ਬਾਜਾਂ ਦੀ ਗੱਲ ਕਰ ਦਿੱਤੀ ਆ। ਧਰਮ ਅਹਿੰਸ ਸਦਾ ਹਮ ਮਾਹੀ, ਬਾਜ ਮਾਸ ਬਿਟ ਤਿਪਤੇ ਨਾਹੀ। ਸੋਚਾਂ 'ਚ ਪੈ ਗਿਆ, ਸਾਡਾ ਤਾਂ ਧਰਮ ਹੈ ਜੀਵਾਂ ਦੀ ਰਕਸ਼ਾ ਕਰਨੀ, ਅਹਿੰਸਕ ਭਾਵ ਅਸੀਂ ਤਾਂ ਵੈਸ਼ਨੂ ਹਾਂ, ਤੇ ਬਾਜ ਤਾਂ ਮਾਸ ਤੋਂ ਬਿਨਾਂ ਕੁਝ ਖਾਂਦੇ ਹੀ ਨਹੀਂ। ਸਤਿਗੁਰ ਪੀ ਜਨ ਤੇ ਮਾਛੇ, ਤੋ ਹਮੇ ਤੇ ਆਮਖ ਬਾਛੇ। ਔਰ ਸਤਿਗੁਰੂ ਵੀ ਜਾਣਦੇ ਆ ਵੀ ਬਾਜ ਹੈ ਜਿਹੜੇ ਉਹ ਮਾਸ ਨਹੀਂ ਖਾਂਦੇ, ਮਾਸ ਖਾਂਦੇ ਆ ਹੋਰ ਕੁਝ ਖਾਂਦੇ ਨਹੀਂ।
ਤੇ ਫਿਰ ਵੀ ਗੁਰੂ ਸਾਹਿਬ ਨੇ ਸਾਨੂੰ ਬਾਜਾਂ ਨੂੰ ਭੋਜਨ ਖਵਾਉਣ ਦੀ ਗੱਲ ਕਿਉਂ ਕੀਤੀ ਆ? ਏਤ ਪਰ ਕਬੇ ਲਿਖਿਅਤ ਐਸੀ ਸਮਝ ਦੇ ਬੋਲਿਓ ਤਬ ਤੈਸੀ। ਤਾਂ ਉਹ ਵੀ ਜੱਜਮੈਂਟ ਕਰ ਗਿਆ ਵੀ ਗੁਰੂ ਮੇਰੀ ਪ੍ਰੀਖਿਆ ਲੈਂਦਾ, ਹੁਣ ਵੀ ਦੇਖਾਂ ਭਲਾ ਕਿੰਨੀ ਕੁ ਸੇਵਾ ਕਰਦਾ ਹੈ। ਰਾਵਰ ਬਾਜਨ ਬ੍ਰਿੰਦ ਅਗਾਰੀ ਆਜ ਕਰੇ ਹਮ ਬਿਨੇ ਉਚਾਰੀ। ਕਹਿੰਦਾ ਮਹਾਰਾਜ ਆਪ ਜੀ ਦੇ ਬਾਜ ਜਿਹੜੇ ਹਨ ਬਾਜਰੀ ਨਹੀਂ ਖਾ ਸਕਦੇ, ਮਾਸ ਤਾਂ ਅਸੀਂ ਖਵਾ ਨਹੀਂ ਸਕਦੇ, ਇਸ ਤਾਂ ਵੈਸ਼ਨੂ ਸਾਧ ਆ, ਦਾਦੂ ਰਾਮ ਦੇ ਚੇਲੇ ਆ। ਤੇ ਮਹਾਰਾਜ ਫਿਰ ਇਹ ਤਾਂ ਅਣਬਣ ਗੱਲ ਹੋ ਗਈ, ਜੇ ਤੁਹਾਡੇ ਬਾਜ ਬਾਜਰੀ ਖਾ ਲੈਣ। ਸਾਧਨ ਕੀ ਸੋ ਮਰਜੀ ਮਨ ਹੈ ਕਰੇ ਜੁਵਾਰ ਬਾਪੂਰੀ ਖਾਨੈ। ਤੇ ਮਹਾਰਾਜ ਤੁਹਾਡੇ ਬਾਜ ਮੇਰੀ ਗੱਲ ਮੰਨ ਲੈਣਗੇ? ਪਾਤਸ਼ਾਹ ਕਹਿੰਦੇ ਵੀ ਤੂੰ ਬੇਨਤੀ ਕਰਕੇ ਦੇਖ ਲੈ, ਜੇ ਤੇਰੀ ਮੰਨਦੇ ਆ ਜੋ ਖਾਂਦੇ ਆ ਉਹ ਖਵਾ ਦੇ, ਸਾਨੂੰ ਕੋਈ ਗੱਲ ਨਹੀਂ, ਪਰ ਇਹਨਾਂ ਨੂੰ ਪਹਿਲਾਂ ਛਕਾਉਣਾ ਹੈ। ਕਹਿਣਾ ਜੀ ਸਾਧੂਆਂ ਦੀ ਜਵਾਰ ਬਾਜਰੀ ਪ੍ਰਵਾਨ ਕਰ ਲੈਣਗੇ ਜੇ ਮੈਂ ਬੇਨਤੀ ਕਰਾਂ। ਅੰਗ ਸੰਗ ਤ੍ਰਿਪਤਾਵੋ ਸਾਰੇ ਬਹੁਰ ਲੀਜੇ ਆਪ ਆਹਾਰੇ। ਤੇ ਪਹਿਲਾਂ ਬਾਜ ਵੀ ਸਾਡੀ ਬਾਜਰੀ ਜਵਾਰ ਅਸੀਂ ਕੁੱਟੀ ਆ ਉਹ ਪਾ ਦਿੰਨੇ ਆ, ਛਕ ਲੈਣ ਤੇ ਫਿਰ ਤੁਸੀਂ ਵੀ ਛਕੋ ਤੇ ਸਾਡੀ ਸੇਵਾ ਪ੍ਰਵਾਨ ਹੋ ਜਾਵੇ। ਸੁਣਤ ਸਾਧ ਤੇ ਗੁਰੂ ਉਚਾਰਾ ਹਮ ਪੀ ਮਾਨੇ ਕਰੇ ਆਹਾਰਾ। ਕਹਿੰਦੇ ਠੀਕ ਹੈ, ਜੇ ਬਾਜਾਂ ਨੇ ਤੇਰੀ ਬਾਜਰੀ ਖਾ ਲਈ ਫਿਰ ਅਸੀਂ ਵੀ ਰੋਟੀ ਖਾ ਲਾਂਗੇ ਤੇਰੇ ਕੋਲ। ਸੁਣ ਕੇ ਸਾਧ ਗਿਓ ਹਰ ਖਾਹੀ ਤਿਆਰੀ ਕਰੀ ਸਕਲ ਵਿਦ ਜਾਏ। ਔਰ ਇਸ ਨੇ ਜਾ ਕਰਕੇ ਲੰਗਰ ਤਿਆਰ ਕੀਤਾ ਸਿੰਘਾਂ ਦੇ ਵਾਸਤੇ ਤੇ ਜਵਾਰ ਬਾਜਰੀ ਵੀ ਕੁੱਟੀ ਹੈ। ਨੀਚੇ ਸਿੰਘ ਪਰਸ ਪਰ ਮਿਲ ਕਰ ਕਰਿਓ ਬਵੇਕ ਵਿਚਾਰ ਰਹਿਤ ਧਰ। ਔਰ ਪਿੱਛੇ ਸਿੰਘਾਂ ਨੇ ਆਪਸ ਵਿੱਚ ਮਿਲ ਕੇ ਰਹਿ ਧਾਰ ਕੇ ਵਿਵੇਕ ਵਿਚਾਰ ਕੀਤੀ, ਸਲਾਹ ਮਸ਼ਵਰਾ ਕੀਤਾ। ਸ੍ਰੀ ਸਤਿਗੁਰ ਕੀ ਸੰਗ ਉਚਾਰੀ ਜਬ ਆਏ ਤੁਮ ਦਾਦੂ ਦੁਆਰੇ। ਤਾਂ ਉਸ ਵੇਲੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦੇ ਡੇਰੇ ਵਿੱਚ ਗਏ ਤੇ ਮੂਹਰੇ ਦਾਦੂ ਦੀ ਸਮਾਧ ਬਣੀ ਹੋਈ ਸੀ, ਤੇ ਸਿੰਘਾਂ ਨੇ ਪ੍ਰਸ਼ਨ ਚੱਕ ਲਿਆ ਮੇਰੇ ਪ੍ਰੀਤਮ ਦੇ। ਕਹਿੰਦੇ ਪਾਤਸ਼ਾਹ ਇੱਕ ਇੱਥੇ ਗੱਲ ਕਰਨੀ ਹੈ ਤੁਹਾਡੇ ਨਾਲ। ਕਹਿੰਦੇ ਦੱਸੋ। ਜਦੋਂ ਤੁਸੀਂ ਇਹਨਾਂ ਦੇ ਗੇਟ ਵਿੱਚ ਬੜੇ ਸੀ, ਨਾਮੋ ਕਮਾਨ ਸਾਥ ਤੁਮ ਕੀਨੀ ਰਹਿਤ ਬਹੀਨ ਖਾਲਸੇ ਚੀਨੀ। ਤੇ ਤੁਸੀਂ ਦਾਦੂ ਦੀ ਕਬਰ ਨੂੰ ਕਮਾਨ ਲਾ ਕੇ ਤੀਰ ਲਾ ਕੇ ਏਦਾਂ ਮੱਥਾ ਟੇਕਿਆ, ਤੇ ਸਾਨੂੰ ਤਾਂ ਤੁਸੀਂ ਕਬਰਾਂ ਨੂੰ ਮੱਥਾ ਟੇਕਣ ਤੋਂ ਰੋਕਿਆ ਹੋਇਆ, ਫਿਰ ਤੁਸੀਂ ਇਹ ਖਾਲਸੇ ਪੰਥ ਦੀ ਉਲਟ ਗੱਲ ਕਿਉਂ ਕੀਤੀ ਆ? ਭਇ ਉਚਿਤ ਦੇਬੀ ਤਨਖਾਹੂ ਸਦਾ ਅਪੂਲ ਆਪ ਉਰਮਾਹੂ। ਵੈਸੇ ਤਾਂ ਗੁਰੂ ਭੁੱਲਦਾ ਨਹੀਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਪਰ ਅੱਜ ਤੁਸੀਂ ਇਹ ਕੀਤਾ ਤੇ ਇਹਦੀ ਤਨਖਾਹ ਲੱਗੂਗੀ, ਇਹਦੀ ਤੁਹਾਨੂੰ ਤਨਖਾਹ ਲੱਗੂਗੀ। ਤੁਸੀਂ ਉਹ ਕਬਰ ਦੇ ਉੱਤੇ ਤੀਰ ਲਾ ਕੇ ਜਾਂ ਕਮਾਨ ਲਾ ਕੇ ਨਮਸਕਾਰ ਕਿਉਂ ਕੀਤੀ ਹੈ? ਬਖਸ਼ੋ ਜਗ ਔਗਣ ਸਮਦਾਹੇ ਲਿਓ ਖਾਲਸੇ ਤੇ ਬਖਸ਼ਾਏ। ਤੁਸੀਂ ਦੁਨੀਆ ਦੀ ਔਗਣ ਬਖਸ਼ਦੇ ਹੋ, ਅੱਜ ਖਾਲਸੇ ਤੋਂ ਤੁਹਾਨੂੰ ਬਖਸ਼ਾਉਣੇ ਪੈਣੇ ਆ। ਇਹ ਤੁਸੀਂ ਕਬਰ ਤੇ ਸੀਸ ਨਵਾਇਆ, ਕਿਉਂ ਕੀਤਾ ਇਹ ਕੰਮ? ਤੁਸੀਂ ਦੁਨੀਆ ਨੂੰ ਬਖਸ਼ਣ ਵਾਲੇ ਹੋ। ਵੈਸੇ ਇੱਕ ਬਚਨ ਬੜਾ ਸੁੰਦਰ ਹੈ ਕਿ ਜੇ ਸੂਰਜ ਦੀ ਮਾਰੀ ਫਸਲ ਹੋਵੇ ਤੇ ਉਹਨੂੰ ਪਾਣੀ ਬਚਾ ਸਕਦਾ, ਤੇ ਜੇ ਪਾਣੀ ਮਾਰ ਦੇਵੇ ਫਿਰ ਕੌਣ ਬਚਾਊਗਾ? ਕਹੋ ਸਤਨਾਮ। ਪਾਣੀ ਫਸਲ ਨੂੰ ਪੈਦਾ ਕਰਦਾ, ਪਾਣੀ ਫਸਲ ਨੂੰ ਮਾਰ ਦੇਵੇ ਫਿਰ ਬਚਾਉਣ ਵਾਲਾ ਕੋਈ ਨਹੀਂ। ਰੱਬ ਦੇ ਮਾਰਿਆਂ ਨੂੰ ਗੁਰੂ ਬਚਾ ਲੈਂਦਾ, ਗੁਰੂ ਦੇ ਮਾਰਿਆਂ ਨੂੰ ਸਿੱਖ ਬਚਾ ਸਕਦਾ ਹੈ। ਜਿਸ ਤਰ੍ਹਾਂ ਗੁਰੂ ਪਿਆਰੋ ਭਾਈ ਲੱਧੇ ਪਰਉਪਕਾਰੀ ਨੇ ਸੱਤੇ ਬਲਵੰਡੇ ਨੂੰ ਚਰਨੀ ਲਵਾਇਆ ਸਤਿਗੁਰਾਂ ਦੇ ਦੁਆਰਾ ਜਾ ਕੇ, ਪਰ ਸਿੱਖਾਂ ਦੇ ਮਾਰਿਆਂ ਨੂੰ ਫਿਰ ਕੋਈ ਨਹੀਂ ਬਖਸ਼ ਸਕਦਾ। ਕਹੋ ਸਤਨਾਮ। ਕੋਈ ਨਹੀਂ ਬਖਸ਼ਾ ਸਕਦਾ। ਜਿਸ ਤਰ੍ਹਾਂ ਭੱਠਾ ਬੁੱਧੂ ਦਾ ਆਵਾ, ਗੁਰੂ ਸਾਹਿਬ ਨੇ ਬਚਨ ਕਰਤੇ, ਤੂੰ ਸੰਗਤਾਂ ਨੂੰ ਲੰਗਰ ਛਕਾ ਦੀ ਭਾਈ, ਤੇਰਾ ਆਵਾ ਪੱਕਾ ਨਿਕਲੇਗਾ। ਉਹਨੇ ਭਰੋਸੇ ਤੇ ਲੰਗਰ ਛਕਾਇਆ ਸੰਗਤ ਨੂੰ। ਸਮਾਪਤੀ ਤੋਂ ਬਾਅਦ ਜਾ ਕੇ ਜਦ ਇੱਟਾਂ ਕੱਢੀਆਂ ਤੇ ਸਾਰੀਆਂ ਪਿੱਲੀਆਂ ਨਿਕਲੀ ਜਾਣ। ਰੋਂਦਾ ਹੋਇਆ ਪਾਤਸ਼ਾਹ ਕੋਲੇ ਆ ਗਿਆ, ਮਹਾਰਾਜ ਮੈਂ ਤਾਂ ਮਰ ਗਿਆ। ਕਿਉਂ? ਸਾਰੀਆਂ ਇੱਟਾਂ ਪਿੱਲੀਆਂ, ਮੇਰਾ ਤਾਂ ਖਰਚਾ ਇੰਨਾ ਕਰਤਾ ਤੁਹਾਡੇ ਧੀਰਜ ਤੇ, ਤੁਹਾਡੇ ਬੇਨਤੀ ਕਰਨ ਤੇ ਤੁਹਾਡੇ ਕੋਲ, ਤੇ ਮੇਰਾ ਤਾਂ ਖਰਚਾ ਹੀ ਪੂਰਾ ਨਹੀਂ ਹੋਣਾ। ਕਹਿੰਦੇ ਫਿਰ ਲੰਗਰ ਛਕਾਉਣ 'ਚ ਫਰਕ ਰਹਿ ਗਿਆ ਹੋਣਾ। ਕਹਿੰਦੇ ਨਹੀਂ, ਕੋਈ ਫਰਕ ਨਹੀਂ ਰਿਹਾ। ਨਹੀਂ, ਕੋਈ ਤਾਂ ਗਲਤੀ ਹੋ ਗਈ ਤੇਰੇ ਕੋਲੋਂ। ਨਹੀਂ ਮਹਾਰਾਜ, ਕੀ ਕੀਤਾ? ਕਹਿੰਦੇ ਜੀ ਲੰਗਰ ਬਣਾਇਆ, ਫਿਰ ਲੰਗਰ ਛਕਾਉਣਾ ਸ਼ੁਰੂ ਕੀਤਾ। ਸਿੱਖ ਨੇ ਅਰਦਾਸ ਕੀਤੀ ਵੀ ਬੁੱਧੂ ਦਾ ਆਵਾ ਪੱਕਾ ਨਿਕਲ ਜੇ। ਫਿਰ ਕੀ ਹੋਇਆ?
ਕਹਿੰਦਾ ਜਿਸ ਵੇਲੇ ਲੰਗਰ ਵਰਤ ਗਿਆ, ਸਿੱਖ ਅਰਦਾਸ ਕਰ ਰਿਹਾ ਸੀ, ਉਹ ਤੁਹਾਡਾ ਇੱਕ ਲੱਖੂ ਹੈ ਨਾ, ਸਿੱਧਰਾ ਜਿਹਾ ਸਿੱਖ, ਹਾਂ। ਕਹਿੰਦੇ ਉਹ ਆ ਗਿਆ, ਕਹਿੰਦਾ ਮੈਨੂੰ ਰੋਟੀ ਛਕਾ, ਤੇ ਉਦੋਂ ਲੰਗਰ ਵਰਤ ਗਿਆ ਸੀਗਾ ਸਾਰਾ, ਤੇ ਮੈਂ ਉਹਨੂੰ ਕਹਤਾ ਵੀ ਹੁਣ ਲੰਗਰ ਬੰਦ ਹੋ ਗਿਆ। ਉਹ ਕਹਿੰਦਾ ਮੈਂ ਵੀ ਛਕਣਾ, ਤੂੰ ਇਹਨਾਂ ਨੂੰ ਛਕਾਇਆ। ਮੈਂ ਉਹਨੂੰ ਜਵਾਬ ਦੇਤਾ। ਸਿੱਖ ਨੇ ਅਰਦਾਸ ਕੀਤੀ, ਬੁੱਧੂ ਦਾ ਆਵਾ ਪੱਕਾ ਨਿਕਲੇ, ਤੇ ਤੁਹਾਡਾ ਲੱਖੂ ਸਿੱਖ ਕਹਿੰਦਾ ਬੁੱਧੂ ਦਾ ਆਵਾ ਕੱਚਾ। ਪਰ ਤੁਹਾਡੇ ਤੋਂ ਸਿੱਖ ਵੱਡੇ ਹੋ ਗਏ ਮਹਾਰਾਜ। ਕਹਿੰਦੇ ਵੀ ਫੇਰ ਤਾਂ ਕੱਚਾ ਹੀ ਰਹੂਗਾ, ਇਹ ਨਹੀਂ ਪੱਕ ਸਕਦਾ ਹੁਣ। ਫਿਰ ਮਹਾਰਾਜ ਸਿੱਖ ਵੱਡੇ ਹੋਏ ਤੁਹਾਡੇ ਤੋਂ। ਕਹਿੰਦੇ ਮੈਂ ਸਿੱਖਾਂ ਨੂੰ ਪਿਆਰ ਹੀ ਇੰਨਾ ਕਰਦਾ, ਮੈਂ ਸਿੱਖਾਂ ਦੀ ਨਹੀਂ ਮੋੜਦਾਗਾ। ਫਿਰ ਮਹਾਰਾਜ ਮੈਂ ਤਾਂ ਮਾਰੇਗਾ ਕਰੀ, ਮੈਂ ਤਾਂ ਜਿਹੜਾ ਹੈ ਕਰਜ਼ਾ ਚੱਕ ਕੇ ਮਜ਼ਦੂਰਾਂ ਨੂੰ ਦੇਤਾ ਇੱਟਾਂ ਬਣਾ ਕੇ, ਤੇ ਹੁਣ ਮੇਰਾ ਕੀ ਬਣੂਗਾ। ਕਹਿੰਦੇ ਵੀ ਦੇਖੀ ਇੱਟਾਂ ਤਾਂ ਹੁਣ ਪਿੱਲੀਆਂ ਰਹਿਣਗੀਆਂ, ਜੇ ਸਿੱਖ ਨੇ ਕਹਿਤਾ ਉਹਦਾ ਵਚਨ ਨਹੀਂ ਬਦਲਿਆ ਜਾਂਦਾ। ਪਰ ਤੇਰਾ ਇੰਤਜ਼ਾਮ ਕਰ ਦਿੰਦੇ ਆ ਵੀ ਤੂੰ ਇੱਟਾਂ ਨਾ ਪੱਕੇ ਦੇ ਭਾਅ ਵੇਚੀ, ਜਿੰਨੇ ਮਰਜ਼ੀ ਗਾਹਕ ਆਉਣ, ਤੂੰ ਕੱਚੇ ਦੇ ਭਾਅ ਨਹੀਂ ਵੇਚਣੀਆਂ, 2 ਨੰਬਰ 'ਚ ਨਹੀਂ ਵੇਚਣੀਆਂ, 1 ਨੰਬਰ ਦੀ ਇੱਟ ਦਾ ਭਾਅ ਲੈਣਾ। ਤੇ ਜਦੋਂ 1 ਨੰਬਰ ਦਾ ਭਾਅ ਮਿਲਿਆ ਉਹਦੀ ਵੇਚੀ, ਉਹਨਾਂ ਚਿਰ ਵੇਚੀ ਨਾ। ਤੇ ਅਖੀਰ ਸਮਾਂ ਆਇਆ, ਸਰਕਾਰ ਨੂੰ ਚਾਣਚੱਕ ਕੋਈ ਕਿਲ੍ਹਾ ਕੋਈ ਸਰਾਂ ਬਣਾਉਣੀ ਪੈ ਗਈ, ਤੇ ਇੱਟਾਂ ਮਿਲਣ ਨਾ, ਬਾਕੀ ਸਾਰੀਆਂ ਬੇਗੀਆਂ ਪੱਕੀਆਂ ਇੱਟਾਂ, ਕੱਲੀਆਂ ਇਹਦੀਆਂ ਪਈਆਂ। ਇਹ ਵੇਚਦਾ ਨਹੀਂਗਾ, ਸਸਤੀਆਂ ਵੇਚਦਾ ਨਹੀਂ, ਤਾਂ ਮਹਿੰਗੀਆਂ ਕੋਈ ਲੈਂਦਾ ਨਹੀਂ ਪਿੱਲੀਆਂ ਇੱਟਾਂ। ਅਖੀਰ ਸਰਕਾਰ ਦਾ ਸੈਂਟਰ ਦਾ ਹੁਕਮ ਆ ਗਿਆ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਸਰਾਂ ਕਿਲ੍ਹਾ ਸ਼ੁਰੂ ਕੀਤਾ ਜਾਵੇ, ਨਿਉ ਰੱਖੀ ਜਾਵੇ। ਉਹ ਇੱਟਾਂ ਲੱਭਦੇ ਫਿਰ ਇੱਟਾਂ ਕਿਤੇ ਨਾ ਮਿਲੀਆਂ, ਤੇ ਅਖੀਰ ਇਸ ਬੁੱਧੂ ਦੇ ਕੋਲ ਪਹੁੰਚ ਗਏ। ਇਹਦੇ ਕੋਲ ਸਾਰਾ ਪੱਠਾ ਪਿਆ ਹੈਗਾ। ਕਹਿੰਦੇ ਵੀ ਇੱਟਾਂ ਲੈਣੀਆਂ, ਕਹਿੰਦੇ ਲੈ ਜਾਓ। ਕੀ ਭਾਅ ਦੇਗਾ? ਕਹਿੰਦੇ ਪੱਕੀਆਂ ਦੇ ਭਾਅ ਦਿਓ। ਕਹਿੰਦੇ ਪਿੱਲੀਆਂ ਜਮਾਂ ਪਿੱਲੀਆਂ ਮੈਨੂੰ ਦਿਸਦੀਆਂ, ਪਰ ਪੱਕੀਆਂ ਦੇ ਭਾਅ ਦੇ ਪੈਸੇ ਲੈਣੇ ਆ। ਉਹ ਕਹਿੰਦੇ ਯਾਰ ਤੂੰ ਮੰਨ ਜਾ, ਥੋੜ੍ਹਾ ਘੱਟ ਰੇਟ ਕਰ ਲਾ। ਕਹਿੰਦਾ ਵੇਖੋ 1 ਨੰਬਰ ਇੱਟ ਦੇ ਪੈਸੇ ਲਊਂਗਾ ਮੈਂ, ਤਾਂ ਲੈਣੀਆਂ ਲਓ, ਨਹੀਂ ਲੈਣੀਆਂ ਨਾ ਲਓ। ਉਹ ਕਹਿੰਦੇ ਯਾਰ ਉੱਤੋਂ ਸੈਂਟਰ ਦਾ ਹੁਕਮ ਆਈ ਜਾਂਦਾ, ਆਪਾਂ ਫਟਾਫਟ ਨਿਉ ਧਰੋ। ਨਿਉ 'ਚ ਇਹਨਾਂ ਨੂੰ ਕੁਛ ਨਹੀਂ ਹੁੰਦਾ ਗਾ, ਜਿੱਥੇ ਹਵਾ ਲੱਗਦੀ ਉੱਥੇ ਪਿੱਲੀ ਇੱਟ ਖਰਾਬ ਹੁੰਦੀ ਹੈ। ਇੰਨੀਆਂ ਕਿ ਤਾਂ ਨਿਉ 'ਚ ਹੀ ਪੈ ਜਾਣਗੀਆਂ। ਆਪਾਂ ਸੈਂਟਰ ਸਰਕਾਰ ਨੂੰ ਜਵਾਬ ਦੇਣ ਜੋਗੇ ਹੋ ਜਾਵਾਂਗੇ ਜੀ, ਨਿਉ ਰੱਖਦੀ ਆ ਹੌਲੀ ਹੌਲੀ ਬਣ ਜਾਊਗਾ। ਕਹੋ ਸਤਨਾਮ। ਕਹਿੰਦੇ ਚਲੋ ਚੱਕੋ ਯਾਰ, ਸਾਰੀਆਂ ਉਹਦੀਆਂ ਪਿੱਲੀਆਂ ਪੱਕਿਆਂ ਦੇ ਭਾਅ ਲੈ ਗਏ ਸਾਰੀਆਂ। ਕਹੋ ਸਤਨਾਮ। ਗੁਰੂ ਕੋਈ ਨਾ ਕੋਈ ਜੁਗਤੀ ਨਾਲ ਕੋਈ ਹੋਰ ਰਸਤਾ ਕੱਢ ਦਿੰਦਾ, ਪਰ ਆਪਣੇ ਸਿੱਖਾਂ ਦੀ ਗੱਲ ਨਹੀਂ ਬਦਲਦਾ। ਆਪਾਂ ਗੱਲ ਕਰ ਰਹੇ ਸੀ, ਪਾਤਸ਼ਾਹ ਜੀ ਕਹਿਣ ਲੱਗੇ ਜੇ ਤੂੰ ਸਾਡੇ ਇਹਨਾਂ ਬਾਜਾਂ ਨੂੰ ਛਕਾ ਦੇਵੇਂ ਤਾਂ ਅਸੀਂ ਛਕ ਲਵਾਂਗੇ। ਪਰ ਜਾਂਦੇ ਜਾਂਦੇ ਪਾਤਸ਼ਾਹ ਨੇ ਦਾਦੂ ਦਾ ਸਤਿਕਾਰ ਕਰਦੇ ਹੋਏ ਇੱਦਾਂ ਕਰ ਦਿੱਤਾ। ਤੇ ਸਿੱਖ ਕਹਿੰਦੇ ਭਾਵੇਂ ਸਾਰਿਆਂ ਨੂੰ ਬਖਸ਼ ਦਿਓ, ਪਰ ਅੱਜ ਤੁਹਾਨੂੰ ਤਨਖਾਹ ਲੱਗਣੀ ਹੈ। ਤਨਖਾਹ ਲਾ ਕੇ ਭਾਵ ਜੁਰਮਾਨਾ ਭਰ ਕੇ ਮਾਫੀ ਮਿਲਣੀ ਆ। ਬਖਸ਼ੋ ਜਗ ਔਗਣ ਸਮਦਾਹੇ, ਦਿਓ ਖਾਲਸੇ ਤੇ ਬਖਸ਼ਾਏ। ਕਹਿਣ ਲੱਗੇ ਠੀਕ ਆ ਵੀ ਲਾ ਦਿਓ ਤਨਖਾਹ। ਖਾਲਸਾ ਕਹਿੰਦਾ ਆਪਣੇ ਖਜ਼ਾਨੇ ਵਿੱਚੋਂ ਇੱਕ ਵਧੀਆ ਜਿਹਾ ਤੰਬੂ ਬਣਾ ਕੇ ਦਿਓ ਖਾਲਸੇ ਨੂੰ। ਤੇ ਪਾਤਸ਼ਾਹ ਜੀ ਨੇ ਹੁਣ ਖਜ਼ਾਨੇ ਤਾਂ ਸਾਰੇ ਪਾਤਸ਼ਾਹ ਦੇ ਹੀ ਹੈ, ਤਾਂ ਪਾਤਸ਼ਾਹ ਦੇ ਕੌਤਕ ਆ। ਤੇ ਪਾਤਸ਼ਾਹ ਨੇ ਕਹਿੰਦੇ ਆਪਣੇ ਖਜ਼ਾਨੇ ਦੇ ਵਿੱਚੋਂ ਇੱਕ ਤੰਬੂ ਬਣਾ ਕੇ ਦਿੱਤਾ, ਤੇ 1100 ਰੁਪਏ ਦਾ ਉਸ ਵੇਲੇ ਕੜਾਹ ਪ੍ਰਸ਼ਾਦ ਕੜਾਹੇ ਭਰ ਕੇ ਤਿਆਰ ਹੋਇਆ, ਤੇ ਉਸ ਦਿਨ ਉਹ ਛਕਾਇਆ ਗਿਆ ਸਾਰਿਆਂ ਨੂੰ। ਖੈਰ ਕੀ ਹੋਇਆ ਅੱਗੇ? ਸੁਨ ਬਵੇਕੋ ਭਈ ਪ੍ਰਸੰਨ, ਕਹੋ ਕਿ ਗੁਰੂ ਖਾਲਸਾ ਧੰਨ। ਔਰ ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਖੋ, ਪਰ ਨਾਲ ਮੈਂ ਤੁਹਾਡੀ ਵੀ ਪ੍ਰੀਖਿਆ ਲਈ ਸੀ ਅੱਜ, ਬਈ ਇਹ ਬੋਲਣ ਜੋਗੇ ਹੈਗੇ ਕਿ ਲਾਈ ਲੱਗੀ ਆ। ਕਹੋ ਸਤਨਾਮ। ਜੇ ਤੁਸੀਂ ਮੈਨੂੰ ਅੱਜ ਇਹ ਗੱਲ ਨਾ ਕਹਿੰਦੇ ਤਾਂ ਤੁਸੀਂ ਵੀ ਅੱਜ ਫੇਲ ਹੋ ਗਏ ਸੀ। ਕਹੋ ਸਤਨਾਮ। ਚੰਗਾ ਕੀਤਾ। ਪਰ ਇਹ ਮੇਰੀ ਸਾਖੀ ਜਿਹੜੀ ਹੈ ਆਉਣ ਵਾਲੇ ਸਿੱਖਾਂ ਨੂੰ ਇਹ ਉਪਦੇਸ਼ ਦੇਵੇਗੀ ਕਿ ਜਿੱਥੇ ਸੰਗਤ ਵਿੱਚੋਂ ਕੋਈ ਸਿੱਖ ਗਲਤ ਹੈ ਉਹਨੂੰ ਟੋਕਿਆ ਵੀ ਜਾਵੇ। ਕਹੋ ਸਤਨਾਮ। ਟੋਕਿਆ ਵੀ ਜਾਵੇ ਜੇ ਉਹ ਗਲਤ ਜਾ ਰਿਹਾ ਹੈ, ਤਾਂ ਕਿ ਸਿੱਖ ਨੂੰ ਲਾਗ ਨਾ ਲੱਗੇ, ਲਾਜ ਨਾ ਲੱਗੇ। ਖੈਰ ਸਤਿਗੁਰਾਂ ਨੇ ਉਹਨਾਂ ਦੀ ਗੱਲ ਵੀ ਮੰਨੀ, ਤੇ ਨਾਲ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੈਂ ਇਹ ਕਿਉਂ ਕੀਤਾ। ਭਾਵੇਂ ਕਿ ਸਤਿਕਾਰ ਵੀ ਉਸ ਫਕੀਰ ਦਾ ਕੀਤਾ, ਸਤਿਗੁਰ ਨੇ ਐਸੀ ਗੱਲ ਨਹੀਂ ਹੈ, ਸਤਿਕਾਰ ਵੀ ਕੀਤਾ ਹੈ, ਤੇ ਨਾਲ ਇਹਦੇ ਵਿੱਚੋਂ 2-3 ਉਪਦੇਸ਼ ਵੀ ਕੱਢ ਦਿੱਤੇ। ਇਹ ਤਨਖਾਹ ਆਵਾਜ਼ ਸੁਨਾਵੋ, ਇਸ ਬਿਦ ਕੀ ਨਿਤ ਰਹਿਤ ਕਮਾਵੋ। ਔਰ ਲੇਹੋ ਤਨਖਾਹ ਆਵਾਜ਼ ਸੁਣਾਵੋ, ਭਾਵ ਕਰੋ ਹੁਕਮ। ਗੁਰੂ ਸਾਹਿਬ ਕਹਿੰਦੇ ਆਵਾਜ਼ ਸੁਣਾਵੋ, ਦੱਸੋ ਕੀ ਤਨਖਾਹ ਲਾਉਣੇ ਹੋ, ਪਰ ਇਹ ਗੱਲ ਤੁਸੀਂ ਗਾਹਾਂ ਵੀ ਜਾਰੀ ਰੱਖਣੀ ਆ। ਜੇ ਕੋਈ ਗਲਤ ਜਾਂਦਾ ਉਹਨੂੰ ਤਨਖਾਹ ਲਾਉਣੀ ਆ,
ਐਵੇਂ ਬਖਸ਼ਣਾ ਨਹੀਂ। ਸਿੰਘ ਸਵਾਯੁੱਧ ਇਕ ਕਹਿ ਤਬੈ 5000 ਦਿਓ ਧਨ ਅਬੈ। ਮਹਾਰਾਜ ਜੀ 5000 ਧਨ ਦੀ ਤੁਹਾਨੂੰ ਤਨਖਾਹ ਲਾਈ ਜਾਂਦੀ ਹੈ। ਸੁਣਤ ਦੂਸਰੇ ਤਬੇ ਬਖਾਨਾ ਤੁਮੇ ਭਾਖਿਓ ਦਰਬ ਮਹਾਨਾ। ਦੂਜਾ ਕਹਿੰਦਾ ਨਹੀਂ ਓਏ ਗੁਰੂ ਸਾਹਿਬ ਹੈ 5000 ਤਨਖਾਹ ਨਹੀਂ ਲਾਉਣੀ ਆਪਾਂ ਜ਼ਿਆਦੇ ਹੈ। ਕਰੋ ਆਵਾਜ਼ 500 ਕੇਰੀ ਸੁਨਤੀ ਸਰ ਬੋਲਿਓ ਤਿਸ ਬੇਰੀ। 500 ਬਹੁਤ ਹੈ ਆਪਣੇ ਪਾਤਸ਼ਾਹ ਚੰਗਾ ਬੰਦਾ ਇਹ ਤਾਂ ਇੱਕ ਬਹਾਨਾ ਜਾਈ ਆ ਆਪਾਂ 5000 ਸਾਰਾ ਪਾਤਸ਼ਾਹ ਦੇ ਲੈਨੇ ਆ ਤੂੰ ਜ਼ਿਆਦੇ ਲਾਤੀ ਆ। ਦੂਜਾ ਸਿੰਘ ਕਹਿੰਦਾ ਨਹੀਂ ਜੀ 500 ਹੀ ਬਹੁਤ ਆ। ਬਹੁਤ ਪੰਚ ਸੇ ਵੀ ਇਨ ਕਹਿਓ ਇਸ ਤੇ ਅਲਪ ਕਹਿਨ ਹਮ ਲਹਿਓ। ਔਰ ਤੀਜਾ ਕਹਿੰਦਾ ਨਹੀਂ ਨਹੀਂ ਯਾਰ 500 ਵੀ ਬਾਹਲਾ ਹੈ। ਸੁਣ ਚੌਥੇ ਬੋਲਿਓ ਸਭ ਮਾਹੋ ਗੁਰ ਡਿਗ ਧਨ ਕੀ ਨਹੀਂ ਪਰਵਾਹੂ। ਚੌਥਾ ਕਹਿੰਦਾ ਫਿਰ ਕੀ ਹੋ ਗਿਆ ਗੁਰੂ ਕੋਲੇ ਕਿਹੜਾ ਪੈਸਿਆਂ ਦਾ ਤੋੜ ਹੈ ਯਾਰ। ਪੰਜ ਹਮੇ 5 ਲੱਖ ਲਾਵੋ ਅਬ ਹੀ ਦਰਬ ਗੁਰੂ ਤੇ ਪਾਵੋ। ਪੰਜ ਛੱਡ ਤੂੰ ਗੁਰੂ ਕੋਲੋਂ ਭਾਵੇਂ 5 ਲੱਖ ਮੰਗ ਲੋ। ਸੁਣਤ ਖਾਲਸੇ ਸਕਲ ਵਿਚਾਰਿਓ ਕਰਮ ਸਲਤ ਕੋ ਬਹੁਰ ਉਚਾਰਿਓ। ਕਹਿੰਦੇ ਨਹੀਂ ਨਹੀਂ ਯਾਰ ਇੰਨਾ ਵੀ ਲਾਲਚ ਨਾ ਕਰੋ। ਕਹੋ ਜਿਤਕ ਗੁਰ ਦੇ ਤਨ ਤੇ ਤੋ ਸੁਣ ਸਿੰਘਨ ਕੋ ਲਾਗੇ ਈਤੋ। ਚੱਲ ਯਾਰ ਗੁਰੂ ਆਪਦੀ ਮਰਜ਼ੀ ਨਾਲ ਜੋ ਮਰਜ਼ੀ ਦੇ ਦੇਣ ਉਨਾ ਹੀ ਪ੍ਰਵਾਨ ਹੈ। ਉਹ ਦੇ ਸਕੇ ਨਾ ਕਰੋ ਵਿਚਾਰਨ ਜਾਤੇ ਕੀਜੇ ਉਚਿਤ ਉਚਾਰਨ। ਔਰ ਇਸ ਕਰਕੇ ਆਪਾਂ ਕੁਛ ਨਾ ਕਹੋ ਜੋ ਦੇਣਗੇ ਠੀਕ ਹੈ। ਤਬ ਸਭ ਸਮਝੇ ਕਰੀ ਆਵਾਜ਼ ਦੇ ਸਵਾ ਸੇ ਧਨ ਮਹਾਰਾਜ। ਚਲ ਮਹਾਰਾਜ 125 ਦਾ ਤੁਹਾਨੂੰ ਜਿਹੜਾ ਹੈ ਤਨਖਾਹ ਲਾਈ ਜਾਂਦੀ ਹੈ। ਸਤਿਗੁਰ ਕਰ ਮਨਜੂਰ ਤਨਖਾਹ ਦੀਨੋ ਸਰਬ ਖਾਲਸੇ ਪਾਹੂ। ਪਰ ਇੱਕ ਥਾਂ ਤੇ ਇਹ ਵੀ ਲਿਖਿਆ ਕਿ ਸਤਿਗੁਰ ਨੇ ਉਸ ਵੇਲੇ 1100 ਦੀ ਦੇਗ ਬਣਾਈ ਤੇ ਤੰਬੂ ਵੀ ਬਣਾ ਕੇ ਦਿੱਤਾ ਖਾਲਸੇ ਨੂੰ। ਖੈਰ ਸਭ ਕੁਝ ਉਹਨਾਂ ਦਾ ਹੀ ਆ। ਗੁਰੂ ਪਿਆਰਿਓ ਪੁਰਾਣੇ ਸਮਿਆਂ ਵਿੱਚ ਰਾਜੇ ਵੀ ਗੁਰੂ ਦੀਆਂ ਇਹਨਾਂ ਗੱਲਾਂ ਤੇ ਚੱਲਦੇ ਸੀਗੇ। ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਵਿੱਚ ਗਿਆ ਤੇ ਉੱਥੇ ਇੱਕ ਮੋਰਾ ਨਾਮ ਦੀ ਨਾਚੀ ਹੁੰਦੀ ਸੀ, ਬੜੀ ਸੋਹਣੀ ਸੀ। ਇਹ ਕਿਤੇ ਲੰਘਿਆ ਨਗਰ ਚੋਂ ਤੇ ਉਹ ਮੋਰਾ ਨਾਮ ਦੀ ਨੱਚਣ ਵਾਲੀ ਨੂੰ ਆਪਣੇ ਹਾਥੀ ਤੇ ਬਿਠਾ ਲਿਆ, ਪਰ ਖਾਲਸੇ ਵਾਸਤੇ ਠੀਕ ਨਹੀਂ ਹੈ। ਤੇ ਕਿਸੇ ਨੂੰ ਪਤਾ ਲੱਗਿਆ, ਉਹਨਾਂ ਨੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਕੋਲ ਅਕਾਲ ਤਖਤ ਤੇ ਖਬਰ ਭੇਜਤੀ। ਅੱਜ ਸਿੱਖਾਂ ਦਾ ਰਾਜਾ, ਖਾਲਸਾ ਪੰਥ ਦਾ ਸਿਰਮੌਰ ਹਸਤੀ, ਗੁਰੂ ਘਰ ਦਾ ਜਿਹੜਾ ਬਹੁਤ ਸ਼ਰਧਾਵਾਨ ਵੀ ਹੈ, ਪਰ ਅੱਜ ਉਹਨੇ ਵੱਡੀ ਗਲਤੀ ਕੀਤੀ ਹੈ। ਉਹਨੇ ਇੱਕ ਨਾਚੀ ਨੂੰ ਆਪਣੇ ਹਾਥੀ ਤੇ ਕਿਉਂ ਬਿਠਾਇਆ? ਅਕਾਲੀ ਫੂਲਾ ਸਿੰਘ ਜੀ ਕਹਿੰਦੇ ਹੁਕਮਨਾਮਾ ਲਿਖੋ, ਰਣਜੀਤ ਸਿੰਘ ਨੂੰ ਤਲਬ ਕਰੋ ਇੱਥੇ ਅਕਾਲ ਤਖਤ ਤੇ ਹੁਣੇ ਹੀ। ਅੱਜ ਕੱਲ੍ਹ ਦੀ ਤਾਂ ਪਰਵਾਹ ਹੀ ਨਹੀਂ ਕਰਦੇਗੇ। ਜਿਸ ਵੇਲੇ ਹੁਕਮਨਾਮਾ ਗਿਆ ਤੇ ਰਣਜੀਤ ਸਿੰਘ ਨਾ ਆਇਆ ਤਾਂ ਦੂਜੀ ਚਿੱਠੀ ਭੇਜੀ ਵੀ ਤੈਨੂੰ ਤਲਬ ਕੀਤਾ ਗਿਆ, ਤੂੰ ਆਇਆ ਕਿਉਂ ਨਹੀਂ? ਫੇਰ ਨਾ ਆਇਆ। ਅਕਾਲੀ ਫੂਲਾ ਸਿੰਘ ਜੀ ਕਹਿੰਦੇ ਜਿਹੜਾ ਇਹ ਰੋਜ਼ ਦੇਗ ਕਰਾਉਂਦਾ ਨਾ ਹਰਿਮੰਦਰ ਸਾਹਿਬ, ਜਿਹੜੀ ਪਰਚੀ ਹੁਣ ਕੱਟਦੇ ਹਾਂ ਆਪਾਂ, ਪਹਿਲਾਂ ਰਣਜੀਤ ਸਿੰਘ ਕਰਾਇਆ ਕਰਦਾ ਸੀ ਰੋਜ਼ਾਨਾ ਦੇਗ ਆਪਣੇ ਖਜ਼ਾਨੇ ਚੋਂ। ਕੋ ਸਤਨਾਮ। ਰਣਜੀਤ ਸਿੰਘ ਦੀ ਦੇਗ ਬੰਦ ਕਰੋ, ਇਹਦਾ ਕੜਾਹ ਪ੍ਰਸ਼ਾਦ ਪ੍ਰਵਾਨ ਨਹੀਂ ਕਰਨਾ। ਅੱਜ ਤੋਂ ਬਾਅਦ ਖਾਲਸਾ ਪਰਚੀ ਕਟਾਊਗਾ। ਫਿਰ 1.25 ਰੁਪਈਆ ਪਰਚੀ ਰੱਖੀ ਗਈ ਉਸ ਵੇਲੇ। ਫਿਰ ਸੰਗਤਾਂ ਪਰਚੀ ਕਟਾਉਣ ਲੱਗੀਆਂ, ਭਾਵ ਕੜਾਹ ਪ੍ਰਸ਼ਾਦ ਦੀ ਦੇਗ ਸੰਗਤਾਂ ਵੱਲੋਂ ਹੋਣ ਲੱਗੀ ਸਾਰੀ ਹਰਿਮੰਦਰ ਸਾਹਿਬ ਵਿਖੇ। ਫਿਰ ਵੀ ਨਾ ਆਇਆ ਹੈ, ਫਿਰ ਵੀ ਨਾ ਆਇਆ। ਤੇ ਅਕਾਲੀ ਫੂਲਾ ਸਿੰਘ ਨੇ ਹੁਕਮ ਦੇਤਾ ਸੰਗਤ ਨੂੰ ਕਿ ਜਿੱਥੋਂ ਦੀ ਰਣਜੀਤ ਸਿੰਘ ਲੱਗੇ ਇਹਨੂੰ ਫਤਿਹ ਨਹੀਂ ਬੁਲਾਉਣੀ, ਇਹਨੂੰ ਕਿਸੇ ਨੇ ਫਤਿਹ ਨਹੀਂ ਬੁਲਾਉਣੀ। ਹੁਣ ਕਿਆ ਸੁਲਤਾਨ ਸਲਾਮ ਬਿਹੂਣਾ ਅੰਧੀ ਕੋਠੀ ਤੇਰਾ ਨਾਮ ਨਹੀਂ, ਉਹ ਹਿਰਦਾ ਅੰਨਾ ਕੋਠੀ ਹੈ, ਹਨੇਰੀ ਕੋਠੀ ਹੈ ਜਿੱਥੇ ਨਾਮ ਨਹੀਂ ਜਪਿਆ ਜਾਂਦਾ। ਉਹ ਰਾਜਾ ਵੀ ਕਾਹਦਾ ਰਾਜਾ ਜਿਹਨੂੰ ਜਨਤਾ ਸਲਾਮ ਨਾ ਕਰੇ। ਬਈ ਸਲਾਮ ਤਾਂ ਸਤਿਕਾਰ ਚਾਹ ਕੇ ਕੀਤੀ ਜਾਂਦੀ ਹੈ, ਪਿਆਰ ਚਾਹ ਕੇ ਕੀਤੀ ਜਾਂਦੀ ਹੈ। ਨਮਸਕਾਰ ਫਤਿਹ ਬੁਲਾਉਣੀ ਇੱਕੋ ਹੀ ਗੱਲ ਹੈ ਤਿੰਨੇ ਚੀਜ਼ਾਂ ਦੀ। ਜਦੋਂ ਸੰਗਤਾਂ ਨੇ ਵੀ ਇਹਨੂੰ ਫਤਿਹ ਬੁਲਾਉਣੀ ਬੰਦ ਕਰਤੀ, ਇੱਥੋਂ ਤੱਕ ਕਿ ਇਸ ਦੇ ਸਿਪਾਹੀ, ਇਸ ਦੇ ਮੁਲਾਜ਼ਮ ਵੀ ਸਿੱਧੇ ਖੜੇ ਰਹਿੰਦੇ ਆ, ਇਹਨੂੰ ਫਤਿਹ ਨਹੀਂ ਬੁਲਾਉਂਦੇ, ਨਮਸਕਾਰ ਨਹੀਂ ਕਰਦੇ। ਕੋਈ ਜਿਸ ਹਰ ਤਰ੍ਹਾਂ ਦੀ ਫੌਜ ਉਹਦੇ ਕੋਲੇ ਹੈ, ਹਿੰਦੂ ਵੀ ਹੈ, ਮੁਸਲਮਾਨ ਫੌਜ ਵੀ ਹੈ, ਸਿੱਖ ਫੌਜ ਵੀ ਹੈ, ਇਹਨੂੰ ਕੋਈ ਫਤਿਹ ਨਹੀਂ ਬੁਲਾਉਂਦਾ। ਹੁਣ ਇਹਨੂੰ ਬੜੀ ਹੇਠੀ ਹੋਣ ਲੱਗੀ ਤੇ ਇੱਕ ਦਿਨ ਇਹ ਮਾਫੀ ਮੰਗਣ ਵਾਸਤੇ ਅਕਾਲ ਤਖਤ ਸਾਹਿਬ ਤੇ ਪਹੁੰਚ ਗਿਆ, ਆ ਗਿਆ। ਬੇਰੀ ਸਾਹਿਬ ਜੋ ਡਿਓੜੀ ਸਾਹਿਬ ਦੇ ਮੂਹਰੇ ਉੱਥੇ ਆ ਗਏ। ਅਕਾਲੀ ਫੂਲਾ ਸਿੰਘ ਜੀ ਅਕਾਲ ਤਖਤ ਥੱਲੇ ਆ ਗਏ। ਕਹਿੰਦੇ ਹਾਂ ਬਈ ਪੰਜਾਂ ਸਿੰਘਾਂ ਨੂੰ ਕਹਿੰਦੇ ਕੀ ਸਜ਼ਾ ਦਿੱਤੀ ਜਾਵੇ?
ਸਾਰਿਆਂ ਨੇ ਮਸ਼ਵਰਾ ਕੀਤਾ ਇਹਨੂੰ 5 ਕੋੜੇ ਲਾਏ ਜਾਣ ਤੇ ਨਾਲ ਜੁਰਮਾਨਾ ਲਾਇਆ ਜਾਵੇ। ਕਹਿੰਦੇ ਠੀਕ ਹੈ, ਚੱਲ ਵੀ ਰਣਜੀਤ ਸਿੰਘ ਚੋਲਾ ਲਾ ਦੇ ਪਿੰਡੇ ਤੋਂ, ਉਹ ਬੇਰੀ ਨਾਲ ਬੰਨੋ ਇਸ ਨੂੰ। ਸੰਗਤ ਵੀ ਖੜੀ ਆਸੇ ਪਾਸੇ ਸਾਰੀ ਦੇਖ ਰਹੀ ਆ। ਰਣਜੀਤ ਸਿੰਘ ਜੀ ਨੇ 7 ਬਚਨ ਕਹਿ ਕੇ ਆਪਣਾ ਉੱਤੋਂ ਵੱਡਾ ਕੋਟ, ਓਵਰਕੋਟ ਹੁੰਦਾ ਲੰਮਾ ਚੋਲਾ, ਉਹ ਲਾ ਦਿੱਤਾ ਤੇ ਬੇਰੀ ਦੇ ਕੋਲ ਉਸ ਨੂੰ ਲੈ ਗਏ। ਕੋੜਾ ਮੰਗਾ ਲਿਆ ਛਾਂਟਾ ਚਮੜੇ ਦਾ। ਅਕਾਲੀ ਫੂਲਾ ਸਿੰਘ ਜੀ ਨੇ ਫੜ ਲਿਆ ਕਹਿੰਦੇ, ਤੇ ਜਿਸ ਵੇਲੇ ਬੇਰੀ ਦੇ ਨਾਲ ਬੰਨ੍ਹ ਕੇ ਮਾਰਨ ਦੀ ਸਲਾਹ ਕੀਤੀ ਨਾ, ਸੰਗਤ ਕਹਿੰਦੀ ਬਸ ਜੀ ਜਥੇਦਾਰ ਸਾਹਿਬ ਰੁਕ ਜਾਓ, ਹੁਣ ਇਹ ਸਾਡਾ ਰਾਜਾ ਵੀ ਹੈ, ਕੋਈ ਗੱਲ ਨਹੀਂ। ਦੇਖੋ ਇਹ ਗੱਲ ਮੰਨ ਕੇ ਆ ਗਿਆ, ਕੋੜੇ ਖਾਣ ਨੂੰ ਤਿਆਰ ਹੈ, ਤੁਸੀਂ ਕੋੜਾ ਲੈ ਕੇ ਖੜ ਗਏ, ਇਹਨੇ ਚੋਲਾ ਲਾ ਕੇ ਆਪਣਾ ਪਿੰਡਾ ਨੰਗਾ ਕਰ ਲਿਆ ਕੋੜੇ ਖਾਣ ਨੂੰ, ਇਸ ਕਰਕੇ ਹੁਣ ਇੱਥੋਂ ਇਹਨੂੰ ਮਾफ़ ਕਰ ਦਿਓ। ਫਿਰ ਸੰਗਤਾਂ ਦੀ ਗੱਲ ਮੰਨ ਕੇ ਅਕਾਲੀ ਫੂਲਾ ਸਿੰਘ ਨੇ ਰੋਕਿਆ, ਕਹਿੰਦੇ ਚੱਲ ਠੀਕ ਹੈ, ਜੇ ਸੰਗਤ ਦੀ ਬੇਨਤੀ ਪ੍ਰਵਾਨ ਹੈ ਗੁਰੂ ਨਾਨਕ ਦੇ ਦਰ 'ਤੇ ਕੋਈ ਗੱਲ ਨਹੀਂ, ਪਰ ਗਾਹਾਂ ਤੋਂ ਐਸਾ ਕੰਮ ਨਹੀਂ ਹੋਣਾ ਚਾਹੀਦਾ। ਕਹੋ ਸਤਿਨਾਮ। ਉਸ ਤੋਂ ਬਾਅਦ ਜਿਹੜੀ ਆਪਾਂ ਹੁਣ ਦੇਖ ਕਰਾਉਣੇ ਆ ਗੁਰੂ ਘਰ ਦੇ ਵਿੱਚ ਹਰਿਮੰਦਰ ਸਾਹਿਬ, ਇੱਥੇ ਜਿੱਥੇ ਵੀ ਪਰਚੀ ਕਟਾਉਣੇ ਆ, ਇਹ ਪਰਚੀ ਫਿਰ ਸੰਗਤ ਦੀ ਚਲਾ ਦਿੱਤੀ। ਫਿਰ ਰਾਜੇ ਦੀ ਜਿਹੜੀ ਦੇਗ ਰੋਜ਼ਾਨਾ ਹੁੰਦੀ ਸੀ ਉਹ ਬੰਦ ਕਰਤੀ। ਚਲੋ ਖੈਰ ਕਰਾਉਂਦਾ ਤਾਂ ਬਾਅਦ 'ਚ ਵੀ ਰਿਹਾ ਹੋਊਗਾ, ਪਰ ਉਹ ਸਿਸਟਮ ਬੰਦ ਕਰ ਦਿੱਤਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਿੰਘ ਕਹਿਣ ਲੱਗੇ ਠੀਕ ਹੈ ਮਹਾਰਾਜ, ਜਿੰਨੀ ਤੁਹਾਨੂੰ ਠੀਕ ਲੱਗਦਾ ਉਹਨਾਂ ਤਨਖਾਹ ਦਿਓ ਸਾਨੂੰ। ਪਾਤਸ਼ਾਹ ਕਹਿੰਦੇ ਚਲੋ 125 ਰੁਪਈਆ ਵੀ ਉਸ ਵੇਲੇ ਬਹੁਤ ਹੁੰਦਾ ਸੀ, ਉਹ ਦੇਣਾ ਕੀਤਾ ਹੈ ਜੀ। ਸਤਿਗੁਰ ਕਰ ਮਨਜੂਰ ਤਨਖਾਹ, ਦੀਨੋ ਸਰਬ ਖਾਲਸੇ ਪਾਉ। ਤਾਂ ਸਤਿਗੁਰਾਂ ਨੇ ਉਹ 125 ਰੁਪਈਆ ਤਨਖਾਹ ਪ੍ਰਵਾਨ ਕਰਕੇ ਖਾਲਸੇ ਨੂੰ ਫੜਾਤੀ। ਕਹਿੰਦੇ ਆ ਲਓ ਜਿੱਥੇ ਮਰਜ਼ੀ ਲਾਓ। ਸਿੰਘਨ ਲੇਕਰ ਕਾਰ ਲਗਾਇਓ, ਲੰਗਰ ਕੋ ਤੰਬੂ ਬਣਵਾਇਓ। ਤਾਂ ਆ ਗਈ ਤੰਬੂ ਦੀ ਗੱਲ। ਸਿੰਘਾਂ ਨੇ ਫਿਰ ਇੱਕ ਉਹਦੇ ਵਿੱਚੋਂ ਤੰਬੂ ਤਿਆਰ ਕਰਵਾਇਆ ਤੇ ਲੰਗਰ ਦੇ ਵਿੱਚ ਖਰਚਾ ਕਰ ਦਿੱਤਾ ਹੈ ਜੀ। ਦੇ ਪ੍ਰਸੰਨ ਕਿਰਪਾ ਨਿਧ ਤਬੈ, ਪਿਓ ਸੁਚੇਤ ਖਾਲਸਾ ਅਬੈ। ਔਰ ਪਿਓ ਨੂੰ ਖੁਸ਼ੀ ਹੋਈ ਹੈ ਕਿ ਮੇਰਾ ਪੁੱਤ ਸਿਆਣਾ ਹੋ ਗਿਆ। ਕਹੋ ਸਤਿਨਾਮ। ਗੁਰੂ ਗੋਬਿੰਦ ਸਿੰਘ ਨੂੰ ਖੁਸ਼ੀ ਹੋਈ ਹੈ ਵੀ ਖਾਲਸਾ ਸੁਚੇਤ ਹੈ, ਜਦੋਂ ਵੀ ਕੋਈ ਗਲਤੀ ਕਰਦਾ ਤੇ ਅਸੀਂ ਪਿਆਰ ਦੇ ਨਾਲ ਉਹਨੂੰ ਸਮਝਾ ਕੇ ਰਸਤੇ ਤੇ ਲਿਆ ਸਕਦੇ ਹਾਂ। ਕਹੋ ਸਤਿਨਾਮ। ਨਾ ਮੰਨੇ ਤਨਖਾਹ ਲਾ ਕੇ ਲਿਆ ਸਕਦੇ ਹਾਂ। ਗੁਰਮਤਿ ਦੇ ਵਿੱਚ ਗੁਰੂ ਘਰ ਦੇ ਵਿੱਚ ਜਿਹੜੀ ਸਜ਼ਾ ਨਾ ਉਹ ਉਸ ਤਰ੍ਹਾਂ ਦੀ ਨਹੀਂ, ਗੁਰਮਤਿ ਅਨੁਸਾਰ ਹੀ ਸਜ਼ਾ ਦਿੱਤੀ ਜਾਂਦੀ ਹੈ। ਬਰਤਨ ਮਾਂਜਣੇ, ਜੋੜੇ ਝਾੜਨੇ, ਹੋਰ ਕੋਈ ਖਰਚੇ ਦੀ ਸੇਵਾ ਲਾ ਦੇਣੀ, ਇਸ ਤਰ੍ਹਾਂ ਗੁਰੂ ਸਾਹਿਬ ਨੇ ਇਹ ਰੀਤ ਜਿਹੜੀ ਚਲਾਈ ਹੈ ਉਹ ਵਾਹ ਮਰਜ਼ਾਦਾ ਚਾਲੂ ਹੈ। ਮੇਰਾ ਪੰਜ ਸੇ ਕੀ ਭੇਟ ਦੇ, ਪ੍ਰਭ ਜੀ ਸਿੱਖ ਤਨਖਾਹ। ਸਤਿਗੁਰੂ ਜੀ ਨੇ 500 ਰੁਪਏ ਭੇਟਾ 5 ਸਿੱਖਾਂ ਨੂੰ ਵੀ ਦਿੱਤੇ ਆ। ਹਮ ਦੀਨੋ ਜੋ ਦੇਨ ਹਿਤ, ਤਿਸ ਕੀ ਪੂੰਜੀ ਸਵਾਹਾ। ਆ ਲੋ ਭਾਈ, ਅਸੀਂ ਜੋ ਦੇਣਾ ਚਾਹੁੰਦੇ ਸੀ ਤੁਹਾਨੂੰ ਦੇ ਦਿੱਤਾ ਹੈ। ਤੁਸੀਂ 125 ਰੁਪਇਆ ਧਨ ਦੇਣ ਦੀ ਗੱਲ ਕੀਤੀ ਸੀ, ਪਰ ਮੈਂ ਤੁਹਾਨੂੰ ਇਹ ਪੈਸੇ ਦਿੰਦਾ ਹਾਂ, ਇਹਨੂੰ ਵਰਤ ਲਓ ਦੋਹਰਾ। ਇਤਨੇ ਮੇ ਆਵਨ ਕੀਓ, ਜੈਤ ਸਾਧ ਸਮੁਦਾਏ। ਇਤਨੇ ਗੁਰੂ ਕਾ ਲੰਗਰ ਅੰਦਰ ਤਿਆਰ ਹੋ ਗਿਆ ਡੇਰੇ ਦੇ ਵਿੱਚ। ਜੈਤ ਰਾਮ ਆਪਣੇ ਸਾਧਾਂ ਨੂੰ ਲੈ ਕੇ ਪਾਤਸ਼ਾਹ ਨੂੰ ਸੱਦਣ ਆਇਆ ਅੱਗੋਂ ਆ ਕੇ। ਰਸਤੂ ਚਾਏ ਸੰਗ ਸਭ, ਚਾਵਰ ਚੂਨ ਬਧਾਏ। ਚਲੋ ਜੀ ਇਹ ਲੰਗਰ ਲੈ ਕੇ ਪਹੁੰਚ ਗਿਆ। ਹੁਣ ਸੰਗਤਾਂ ਛਕਦੀਆਂ ਲੰਗਰ, ਤੇ ਪਹਿਲਾਂ ਬਾਜਰਾ ਜਵਾਰ ਛਕਾਉਂਦੀ ਹੈ, ਬਾਜਾਂ ਨੂੰ ਉਹ ਛਕਦੇ ਆ। ਪਹਿਲੀ ਵਾਰ ਉੱਥੇ ਬਾਜਾਂ ਨੇ ਜਵਾਰ ਬਾਜਰਾ ਛਕਿਆ। ਔਰ ਹੈ ਗੁਰੂ ਸਾਹਿਬ ਦਾ ਕੌਤਕ, ਜੇ ਉਹ ਚਾਹੇ ਤਾਂ ਕਿਸੇ ਨੂੰ ਕੁਝ ਵੀ ਖਵਾ ਸਕਦਾ। ਕਹੋ ਸਤਿਨਾਮ। ਤਾਂ ਗੁਰੂ ਕਿਰਪਾ ਕਰਨ ਇਹ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਦੇ ਹਾਂ, ਬੋਲਦਿਆਂ ਨੇ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्व मैं पंजन गुणतास। हे संगी हे निरंकार हे निर्गुण सब। हे गोविंद हे गुण निधान सदा विवेक। हे अपरंपर हर हरे
ਪਵਨਹਾਰ हे संत है कै सदा संग ਤਾਰਾ ਆਧਾਰ हे ठाकुर हौं दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋਈਏ ਬਰੋਏ आए प्रभ शरनागति ਪਾਨਿਤ ਦਿਆਲ एक अखर हर मन बसत ਨਾਨਕ ਹੋਤ ਨਿਹਾਲ एक अंकारा सतगुरु ਇਹ ਪ੍ਰਸਾਦ ਸੱਚ ਹੋਏ वाहिगुरु जी की फतेह है ਵਿਨਾਸਨ ਸੋਏ वाहिगुरु जी की फतेह है ਵਿਨਾਸਨ ਸੋਏ वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਗੁਰੂ ਜੀ